ਤੁਸੀਂ ਜੇ ਬੁੱਕ ਕਰਨਾ ਹੈ ਪਹਿਲਾਂ ਉਹਦੇ ਤੇ ਜਾਣਾ ਕੀ ਕਹਿੰਦੇ ਆ ਗੂਗਲ ਤੇ ਠੀਕ ਹੈ ਨਾਟੀ ਫੋਨ ਤੋਂ ਹੋ ਜੂਗਾ ਮੈਂ ਫੋਨ ਤੇ ਨਾਲ ਖੋਲ ਲਾਂ ਕਿ ਪੀਸੀ ਜਾਂ ਮੈਂ ਤੇ ਤੁਹਾਡੀ ਇੱਥੇ ਆਈਡੀ ਬਣਾ ਦਿੰਦੀ ਹਾਂ, ਬਸ ਜਿਹੜਾ ਪਾਸਪੋਰਟ ਤੇ ਫੋਟੋ ਤੁਸੀਂ ਬਾਅਦ ਚ ਲੌਗਇਨ ਕਰਕੇ ਅਪਲੋਡ ਕਰ ਦਿਓ ਤੇ ਸਬਮਿਟ ਕਰ ਦਿਓ। ਠੀਕ ਹੈ ਤੁਸੀਂ ਵੀ ਜਿਵੇਂ ਬਣਾ ਲੌਗਇਨ ਪੇਜ ਤੇ ਗਏ ਹੂੰ ਮਤਲਬ ਪਹਿਲਾਂ ਉੱਥੇ ਜਾ ਕੇ ਲੌਗਇਨ ਪੇਜ ਤੇ ਗਏ ਇਹ ਪੇਜ ਖੁੱਲ ਜਾਊਗਾ ਕਿਉਂਕਿ ਹਾਂ, ਹਾਲੇ ਤੁਹਾਡੀ ਕੋਈ ਆਈਡੀ ਨਹੀਂ ਹੈ ਤਾਂ ਤੁਹਾਨੂੰ ਇੱਥੇ ਕਲਿੱਕ ਹੇਅਰ ਟੂ ਰਜਿਸਟਰ ਕਰਨਾ ਪੈਣਾ ਠੀਕ ਹੈ। ਅੱਛਾ ਜੇ ਹੂੰ, ਆਈਡੀ ਬਣ ਜੂਗੀ ਤਾਂ ਫਿਰ ਤੁਸੀਂ ਆਪਣਾ ਈਮੇਲ ਤੇ ਪਾਸਵਰਡ ਕਰਕੇ ਸਾਈਨ ਇਨ ਕਰੋਗੇ ਤੇ ਠੀਕ ਆਪਾਂ ਹੈ ਕਲਿੱਕ ਹੇਅਰ ਟੂ ਰਜਿਸਟਰ ਕੀਤਾ। ਤੁਹਾਡੀ ਈਮੇਲ ਐਡਰੈਸ ਕੀ ਹੈ? ਮੇਰੀ KIRN ਕਿਰਨਦੀਪ ਹਾਂਜੀ ਦੀਪ ਦੈਨ ਡੈਸ਼ ਡੈਸ਼ kaur@hotmail.com kaur@hotmail.com ਡੈਸ਼ ਸਹੀ ਹੈ ਨਾ ਨੀਚੇ ਵਾਲਾ ਹਾਂ ਡੈਸ਼ ਤਾਂ ਨਹੀਂ ਹਾਂ ਹੈਗਾ ਨਾ? ਹਾਂ, ਨਹੀਂ ਉਹ ਨਹੀਂ ਅੰਡਰਸਕੋਰ ਨਹੀਂ ਠੀਕ ਹੈ ਹੈ ਕਿਰਨਦੀਪ ਸੌਰੀ kaur@hotmail.com ਠੀਕ ਹੈ ਸਹੀ ਹੈ ਹਾਂਜੀ ਰਜਿਸਟਰ ਹੁਣ ਰਜਿਸਟਰ ਹੋ ਗਿਆ ਹਨਾ ਉਹਨਾਂ ਨੇ ਹੁਣ ਇੱਥੇ ਤੁਸੀਂ ਆਪਣਾ ਟਾਈਟਲ ਮਿਸਿਸ ਤੁਹਾਡਾ ਗਿਵਨ ਨੇਮ ਚਾਹੀਏ ਸਾਰਾ ਨਾਮ ਕੀ ਫੈਮਿਲੀ ਨੇਮ ਚ ਵੀ ਆ ਪਾਸਪੋਰਟ ਤੇ? ਪਾਸਪੋਰਟ ਤੇ ਫੈਮਿਲੀ ਨੇਮ ਹੈਗਾ ਹੈ ਗਿਵਨ ਨੇਮ ਚ ਕਿਰਨਦੀਪ ਨੇਮ ਚ ਕਿਰਨਦੀਪ ਤੇ ਫੈਮਿਲੀ ਨੇਮ MANN ਮਾਨ MANN ਠੀਕ ਹੈ ਕਿਰਨਦੀਪ ਮਾਨ ਸਹੀ ਹੈ। ਡੇਟ ਆਫ ਕਿਰਨਦੀਪ ਬਰਥ ਕੌਰ ਵੀ ਹੈ ਵਿੱਚ ਨਾ ਗਿਵਨ ਚਾਹੀਏ ਹਾਂ ਗਿਵਨ ਚ ਮਿਡਲ ਕਿਰਨਦੀਪ ਚ ਤਾਂ ਨਹੀਂ ਹੈ ਮਿਡਲ ਨੇਮ ਤਾਂ ਨਹੀਂ ਹੈ ਕੌਰ? ਮਸਟ ਵੀ ਮਿਡਲ ਏਦਾਂ ਹੀ ਹੈ ਕਿਰਨਦੀਪ ਕੌਰ ਮਾਨ ਆ ਹੁਣ ਮੇਬੀ ਮਿਡਲ ਹੋ ਸਕਦਾ ਕੌਰ ਪਾਸਪੋਰਟ ਤੇ ਗਿਵਨ ਨੇਮ ਚਾਹੀਏ ਪੂਰਾ ਕਿਰਨਦੀਪ ਕੌਰ ਨਾ ਚੈੱਕ ਦੇਖਿਆ ਕਰਨਾ ਪਾਸਪੋਰਟ ਆਪਣਾ ਆਪਣੇ ਉਹ ਚ ਫੋਨ ਚ ਮੈਂ ਦੇਖ ਹਾਂ ਲਓ। ਮੈਂ ਫੋਨ ਚ ਚੈੱਕ ਕਰਦੇ ਇੱਕ ਹਾਂ ਮਿੰਟ ਇੱਕ ਚੈੱਕ ਕਰੋ ਕਿਉਂਕਿ ਨਾਮ ਸਹੀ ਹੋਣਾ ਚਾਹੀਦਾ ਬਿਲਕੁਲ। ਮੈਂ ਹੁਣੇ ਚੈੱਕ ਕਰਦੇ ਇੱਥੇ ਹੋਣਾ ਮੇਰੇ ਪਾਸਪੋਰਟ ਕਿੱਥੇ ਲੱਭਾਂ ਇੱਕ ਮਿੰਟ ਨਾ ਨਾ ਕੋਈ ਨਹੀਂ ਦੇਖਿਆ ਟਾਈਮ ਤੇ ਇੰਨੇ ਡਾਕੂਮੈਂਟਸ ਆ ਹਾਂਜੀ ਗਿਵਨ ਜੀ ਹੈ ਸਾਰਾ ਕਿਰਨਦੀਪ ਕੌਰ ਠੀਕ ਹੈ ਵੈਸੇ ਮੇਰੇ ਹਿਸਾਬ ਨਾਲ ਆਪਾਂ ਮਿਡਲ ਚ ਵੀ ਪਾ ਸਕਦੇ ਸੀ। ਚਲੋ ਤੇ ਡੇਟ ਆਫ ਬਰਥ ਕੀ ਹੈ ਤੁਹਾਡੀ? 24/12/1991 ਸਹੀ ਹੈ ਹਾਂਜੀ ਤੇ ਹੁਣ ਆਪਾਂ ਇਹਨੂੰ ਰਜਿਸਟਰ ਕਰਤਾ ਠੀਕ ਹੈ। ਹੁਣ ਉਹਨਾਂ ਨੇ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੇ ਕਿਹਾ ਯੂ ਹੈਵ ਸਕਸੈਸਫੁਲੀ ਰਜਿਸਟਰਡ ਟੂ ਯੂਜ਼ ਮਾਈ ਨਾਟੀ ਤਾਂ ਈਮੇਲ ਹੁਣ ਤੁਹਾਨੂੰ kirandeepkaur.hotmail ਤੇ ਆਈ ਹੋਏਗੀ ਉਸ ਚ ਪਾਸਵਰਡ ਲਿਖਿਆ ਹੋਏਗਾ ਇਹ ਹੁਣ ਤੁਸੀਂ ਬਾਅਦ ਚ ਕਰਨਾ ਕਿਉਂਕਿ ਹੁਣ ਮੈਂ ਰਿਕਾਰਡ ਕਰ ਰਹੀ ਹਾਂ ਤੇ ਮੈਂ ਕਰ ਨਹੀਂ ਸਕਦੀ ਠੀਕ ਹੈ। ਤੇ ਤੁਸੀਂ ਮਤਲਬ ਕੀ ਜਾਣਨਾ ਕਿ ਉਸੇ ਪੇਜ ਤੇ ਜਾਣਾ ਇੱਥੇ ਆਪਣੀ ਈਮੇਲ ਪਾਉਣੀ ਹੈ ਜਿਹੜੀ ਆਪਾਂ ਯੂਜ਼ ਕੀਤੀ ਹੈ ਤੇ ਜਿਹੜੀ ਉਹਨਾਂ ਨੇ ਈਮੇਲ 'ਚ ਤੁਹਾਨੂੰ ਪਾਸਵਰਡ ਦਿੱਤਾ ਉਹ ਤੁਸੀਂ ਇੱਥੇ ਪਾ ਕੇ ਫਿਰ ਰੀਸੈਟ ਪਾਸਵਰਡ ਕਰਨਾ ਓਕੇ ਠੀਕ ਹੈ। ਜਦੋਂ ਤੁਸੀਂ ਰੀਸੈਟ ਪਾਸਵਰਡ ਕਰੋਗੇ ਫਿਰ ਤੁਸੀਂ ਆਪਣਾ ਪਾਸਵਰਡ ਦਾ ਕੋਈ ਬਣਾ ਲੈਣਾ ਠੀਕ ਹੈ। ਜਦੋਂ ਤੁਸੀਂ ਪਾਸਵਰਡ ਬਣਾ ਲਓਗੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਇੱਥੇ ਲੌਗਇਨ ਕਰੋਗੇ ਜਦੋਂ ਲੌਗਇਨ ਕਰੋਗੇ ਤੁਹਾਡੇ ਸਾਹਮਣੇ ਇੱਕ ਹੋਰ ਵਿੰਡੋ ਖੁੱਲੂਗੀ ਉੱਥੇ ਇੱਕ ਸਬਮਿਟ ਐਨ ਐਪਲੀਕੇਸ਼ਨ ਦਾ ਆਪਸ਼ਨ ਹੋਏਗਾ ਸਬਮਿਟ ਐਨ ਐਪਲੀਕੇਸ਼ਨ ਠੀਕ ਹੈ। ਉਹਨੂੰ ਕਲਿੱਕ ਕਰਨਾ ਕਲਿੱਕ ਕਰਕੇ ਉੱਥੇ ਇਹੀ ਡਿਟੇਲਾਂ ਪਾਣੀਆਂ ਜਿਵੇਂ ਆਪਣਾ ਨਾਮ ਹੋ ਗਿਆ ਡੇਟ ਆਫ ਬਰਥ ਹੋ ਗਿਆ
ਠੀਕ ਹੈ, ਈਮੇਲ ਐਡਰੈਸ ਹੋ ਗਿਆ, ਫੋਨ ਨੰਬਰ ਹੋ ਗਿਆ, ਘਰ ਦਾ ਐਡਰੈਸ ਹੋ ਗਿਆ। ਫਿਰ ਉਸ ਤੋਂ ਬਾਅਦ ਉਹ ਕਹਿਣਗੇ ਤੁਸੀਂ ਕਿਹੜੀ ਲੈਂਗੁਏਜ ਦੇ ਵਿੱਚ ਦੇਣਾ, ਪੰਜਾਬੀ, ਠੀਕ ਹੈ। ਫਿਰ ਉਹ ਰੀਜ਼ਨ ਪੁੱਛਣਗੇ ਕਿਉਂ ਦੇਣਾ, ਟੂ ਅਬਟੇਨ CCL ਪੁਆਇੰਟਸ, ਇਹ ਸਾਰੇ ਕੁਐਸਚਨਸ ਹੋਣਗੇ। ਉਸ ਤੋਂ ਬਾਅਦ ਨੀਚੇ ਜਾ ਕੇ ਕੀ ਹੋਏਗਾ ਕਿ ਤੁਹਾਨੂੰ 2 ਡਾਕੂਮੈਂਟਸ ਅਪਲੋਡ ਕਰਨੇ ਆ ਉੱਥੇ ਪੋਰਟਲ ਤੇ। ਤਾਂ 2 ਡਾਕੂਮੈਂਟਸ ਕਿਹੜੇ ਹੋਣਗੇ, ਇੱਕ ਤਾਂ ਪਹਿਲਾ ਪੇਜ ਤੁਹਾਡੇ ਪਾਸਪੋਰਟ ਦਾ ਜਿੱਤੇ ਫੋਟੋ ਹੁੰਦੀ ਹੈ ਤੇ ਸਾਰੀਆਂ ਡਿਟੇਲਾਂ ਹੁੰਦੀਆਂ, ਠੀਕ ਹੈ। ਦੂਜਾ ਤੁਹਾਡੀ ਪਾਸਪੋਰਟ ਸਾਈਜ਼ ਫੋਟੋਗ੍ਰਾਫ। ਇਹ 2 ਚੀਜ਼ਾਂ ਤੁਸੀਂ ਅਪਲੋਡ ਕਰਨੀਆਂ ਆਪਣੀ ਆਇਡੈਂਟੀਟੀ ਦੇ ਲਈ। ਉਸ ਤੋਂ ਬਾਅਦ ਸਬਮਿਟ ਕਰ ਦੇਣੀ ਐਪਲੀਕੇਸ਼ਨ, ਠੀਕ ਹੈ। ਸਬਮਿਟ ਜਦੋਂ ਕਰ ਦੋਗੇ ਵਿਦਿਨ 7 ਡੇਜ਼ ਤੁਹਾਨੂੰ ਉਹਨਾਂ ਦੀ ਈਮੇਲ ਆ ਜਾਊਗੀ ਕਿ ਹਾਂ ਤੁਸੀਂ ਸਕਸੈਸਫੁਲ ਹੋ ਤੇ ਤੁਹਾਡੀ ਆਇਡੈਂਟੀਟੀ ਸਾਰਾ ਕੁਝ ਹੋ ਚੁੱਕਿਆ ਕਿ ਤੁਸੀਂ ਕੀ ਕਹਿੰਦੇ ਆ ਉਹਦੇ ਤੇ ਹੁਣ ਤੁਸੀਂ ਜਾ ਕੇ ਟੈਸਟ ਡੇਟ ਬੁੱਕ ਕਰ ਸਕਦੇ ਹੋ। ਠੀਕ ਹੈ ਠੀਕ ਹੈ। ਫਿਰ ਉਦੋਂ ਜਦੋਂ ਟੈਸਟ ਡੇਟ ਬੁੱਕ ਕਰਾਂਗੇ ਉਦੋਂ ਤੁਸੀਂ ਪੇਮੈਂਟ ਕਰਨੀ ਹੈ ਜਿਹੜੀ $800 ਦੀ, ਤੇ ਉਸ ਤੋਂ ਬਾਅਦ ਉਹ ਬੁੱਕ ਹੋਊਗਾ ਐਗਜ਼ਾਮ, ਠੀਕ ਹੈ। ਰਾਈਟ। ਮਤਲਬ ਤੁਹਾਡੀ ਆਈਡੀ ਕ੍ਰੀਏਟ ਹੋ ਗਈ ਹੈ, ਬਸ ਤੁਸੀਂ ਈਮੇਲ ਪਾਸਵਰਡ ਪਾ ਕੇ ਪਹਿਲਾਂ ਰੀਸੈਟ ਕਰਨਾ, ਫਿਰ ਆਪਣਾ ਈਮੇਲ ਪਾਸਵਰਡ ਪਾ ਕੇ ਸਬਮਿਟ ਐਨ ਐਪਲੀਕੇਸ਼ਨ ਦਾ ਆਪਸ਼ਨ ਕਿਤੇ ਲਾਸਟ ਜੀ ਚ ਆਏਗਾ, ਬਿਲਕੁਲ ਉੱਤੇ ਕਲਿੱਕ ਕਰਨਾ, ਬਸ ਉਹ ਐਪਲੀਕੇਸ਼ਨ ਸਬਮਿਟ ਕਰ ਦੇਣੀ ਆ, ਦੈਟਸ ਇਟ। ਠੀਕ ਹੈ, ਇਹ ਹੋ ਗਿਆ। ਹਾਂ, ਇਹ ਕਰ ਲਿਓ। ਜੇ ਤੁਹਾਨੂੰ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਕਾਲ ਕਰ ਲਿਓ, ਕੋਈ ਇਸ਼ੂ ਨਹੀਂ ਆ। ਤੇ ਇੱਕ ਵਾਰੀ ਗੋ ਥਰੂ ਕਰੀਏ ਦੁਬਾਰਾ। ਹਾਂਜੀ ਕਰੀਏ। ਇੰਗਲਿਸ਼ ਲੈਂਗੁਏਜ ਅਦਰ ਦੈਨ ਇੰਗਲਿਸ਼ ਪੰਜਾਬੀ 20 ਮਿੰਟਸ ਦਾ ਪੇਪਰ ਹੋਏਗਾ, ਠੀਕ ਹੈ। 10 ਤੋਂ 15 ਮਿੰਟ ਲੱਗਦੇ ਜੇ ਤੁਸੀਂ ਪ੍ਰੋਪਰਲੀ ਕਰਦੇ ਹੋ ਐਗਜ਼ਾਮ ਨੂੰ। 2 ਡਾਇਲੌਗਸ ਹੋਣਗੇ, ਡਾਇਲੌਗ A ਤੇ ਡਾਇਲੌਗ B, ਤੇ ਦੋਨੋਂ ਡਾਇਲੌਗ 45 ਮਾਰਕਸ ਈਚ ਦੇ ਹੋਣਗੇ। ਸੋ ਦੈਟ ਮੀਨਸ 90 ਮਾਰਕਸ ਦਾ ਪੇਪਰ ਹੋਏਗਾ। ਸੋ 90 ਚ ਯੂ ਨੀਡ 63 points to, ਠੀਕ ਹੈ, ਪਾਸ ਦਾ ਐਗਜ਼ਾਮ। ਤੇ ਈਚ ਵੀ ਤੁਹਾਨੂੰ ਐਟਲੀਸਟ 29 ਪੁਆਇੰਟਸ ਚਾਹੀਦੇ ਨੇ ਦੋਨਾਂ ਚ ਪਾਸ ਹੋਣ ਦੇ ਲਈ। ਉਸ ਤੋਂ ਬਾਅਦ ਟੌਪਿਕਸ ਹੋਣਗੇ ਹੈਲਥ, ਇਮੀਗ੍ਰੇਸ਼ਨ, ਲੀਗਲ, ਸੋਸ਼ਲ, ਸੈਂਟਰਲਿੰਕ, ਐਜੂਕੇਸ਼ਨ, ਇੰਪਲੋਇਮੈਂਟ ਤੇ ਬਿਜ਼ਨਸ, ਠੀਕ ਹੈ। ਇੰਪੋਰਟੈਂਟ ਥਿੰਗਸ ਕੀ ਹੋਣਗੀਆਂ, ਵੋਕੈਬ, ਨੋਟ ਟੇਕਿੰਗ, ਸੈਗਮੈਂਟਸ ਕਿਹੜੇ ਹੋਣਗੇ, 15 ਤੋਂ 18 ਸੈਗਮੈਂਟਸ ਆਣਗੇ, ਹਾਫ ਇੰਗਲਿਸ਼ ਦੇ ਹੋਣਗੇ ਤੇ ਹਾਫ ਪੰਜਾਬੀ ਦੇ ਹੋਣਗੇ। ਮੇਜਰ ਮਿਸਟੇਕਸ ਕਿਹੜੀਆਂ ਨੇ ਕਿ ਆਪਣੇ ਵੱਲੋਂ ਕੋਈ ਇਨਫੋਰਮੇਸ਼ਨ ਐਡ ਨਹੀਂ ਕਰਨੀ, ਕੋਈ ਇਨਫੋਰਮੇਸ਼ਨ ਜਿਹੜੀ ਹੈ ਉਸ ਚੋਂ ਕੱਟ ਆਊਟ ਨਹੀਂ ਕਰਨੀ, ਕੋਈ ਡਿਸਟੋਰਸ਼ਨ ਨਹੀਂ ਕਰਨੀ, ਮੀਨਿੰਗ ਚੇਂਜ ਨਹੀਂ ਕਰਨਾ, ਠੀਕ ਹੈ। ਤੇ ਇੱਕ ਰਿਪੀਟ ਆਪਾਂ ਦੋਨਾਂ ਚ ਫ੍ਰੀ ਲੈ ਸਕਦੇ, ਜਿੱਥੇ ਤੁਹਾਨੂੰ ਲੱਗੇ ਕਿ ਹਾਂ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ, ਤੁਸੀਂ ਉੱਥੇ ਰਿਪੀਟ ਫ੍ਰੀ ਲੈ ਸਕਦੇ ਹੋ। ਤੇ 3 ਕਰੈਕਸ਼ਨਸ ਤੁਸੀਂ ਲੈ ਸਕਦੇ ਹੋ, ਠੀਕ ਹੈ। ਜਿੱਥੇ ਤੁਸੀਂ ਗਲਤ ਬੋਲਿਆ ਤੁਸੀਂ ਕਰੈਕਸ਼ਨ ਬੋਲ ਕੇ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਆ। 90% ਧਿਆਨ ਤੁਹਾਡਾ ਲਿਸਨਿੰਗ ਵੱਲ ਹੋਣਾ ਚਾਹੀਦਾ, 10% ਤੁਹਾਡਾ ਧਿਆਨ ਨੋਟਸ ਵੱਲ ਹੋਣਾ ਚਾਹੀਦਾ, ਠੀਕ ਹੈ। ਗ੍ਰਾਮਰ ਇਜ਼ ਵੈਰੀ ਵੈਰੀ ਇੰਪੋਰਟੈਂਟ। ਜੇ ਪਾਸਟ ਚ ਗੱਲ ਹੋ ਰਹੀ ਹੈ ਪਾਸਟ ਚ ਕਰਨੀ ਹੈ, ਜੇ ਫਿਊਚਰ ਚ ਗੱਲ ਹੋ ਰਹੀ ਹੈ ਤਾਂ ਫਿਊਚਰ ਚ ਕਰਨੀ ਹੈ। ਫਲੂਐਂਸੀ ਇੰਪੋਰਟੈਂਟ ਹੈ, ਮਤਲਬ ਪ੍ਰੋਪਰ ਫਲੂਐਂਟ ਮੈਨਰ ਚ ਤੁਸੀਂ ਬੋਲਣਾ, ਜ਼ਿਆਦਾ ਰੁਕ ਰੁਕ ਕੇ ਨਹੀਂ ਬੋਲਣਾ, ਮਤਲਬ ਪੌਜ਼ਸ ਨਹੀਂ ਲੈਣੇ, ਹੈਜ਼ਿਟੇਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਵੋਕੈਬ ਇਜ਼ ਵੈਰੀ ਇੰਪੋਰਟੈਂਟ, ਮੇਨਲੀ ਵੋਕੈਬ ਹੈ। ਆਈ ਥਿੰਕ ਸੋ ਮੈਂ ਤੁਹਾਨੂੰ ਲਾਸਟ ਵੀਕ ਵੋਕੈਬ ਕਰਾਈ ਸੀ ਕਿ ਨਹੀਂ ਕਰਾਈ ਹਾਲੇ? ਨਹੀਂ, ਥੋੜੀ ਜਿਹੀ ਸਿਰਫ ਜੋ ਆ ਸੀਗਾ ਡਾਇਲੌਗ ਉਹਦੀ ਵੋਕੈਬ ਹੀ ਕਰਾਈ ਸੀ ਬਸ। ਓਕੇ, ਚਲ ਏਦਾਂ ਕਰੋ ਕਿ ਥੋੜੀ ਵੋਕੈਬ ਲਿਖਣੀ ਸਟਾਰਟ ਕਰੋ ਤੁਸੀਂ ਫਿਰ, ਠੀਕ ਹੈ। ਹੈ ਤੁਹਾਡੇ ਕੋਲ ਪੈਨ ਪੇਪਰ ਕਿ ਨਹੀਂ? ਮੈਂ ਪੈਨ ਕੱਢ ਲਾਂ। ਹਾਂਜੀ ਲਿਖੋ, ਚਲੋ ਸਟਾਰਟ ਕਰੋ। ਆਪਾਂ ਬੇਸਿਕ ਵੋਕੈਬ ਮਤਲਬ ਜਿਹੜੀ ਸਾਰੇ ਪਾਸੇ ਯੂਜ਼ ਹੋ ਜਾਂਦੀ ਹੈ ਉੱਥੋਂ ਸ਼ੁਰੂ ਕਰਾਂਗੇ, ਠੀਕ ਹੈ। ਕੁਝ ਵਰਡਸ ਮੈਂ ਤੁਹਾਨੂੰ ਲਿਖਾਉਂਗੀ, ਫਿਰ ਆਪਾਂ ਇੱਕ ਡਾਇਲੌਗ ਕਰਨ ਦੀ ਪ੍ਰੈਕਟਿਸ ਕਰਦੇ ਹਾਂ। ਮੇਨ ਹੈ ਕਿ ਜਿਹੜੀ ਵੋਕੈਬ ਲਿਖਵਾਉਂਗੇ ਐਟਲੀਸਟ ਤੁਸੀਂ ਉਹ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਵੀਕਡੇਜ਼ 'ਚ ਜਦੋਂ ਵੀ ਟਾਈਮ ਲੱਗੇ, ਹਨਾ, ਜਾਂ ਵੀਕਐਂਡ ਤੇ ਜਦੋਂ ਵੀ ਅੱਧਾ ਘੰਟਾ ਦੇਖ ਲਿਆ, ਠੀਕ ਹੈ। ਸੋ ਪਹਿਲਾ ਵਰਡ ਹੈ ਕੁਆਲੀਫਿਕੇਸ਼ਨ। ਕੁਆਲੀਫਿਕੇਸ਼ਨ ਨੂੰ ਕਹਿੰਦੇ ਆ ਯੋਗਤਾ। ਕੁਆਲੀਫਿਕੇਸ਼ਨ ਮੀਨਸ ਯੋਗਤਾ। ये ना ਹਾਂਜੀ, योग ਪੰਜਾਬੀ ਨਾ ਲਿਖੋ, ਇੰਗਲਿਸ਼ 'ਚ ਲਿਖ ਲਓ, ਕੋਈ ਇਸ਼ੂ ਨਹੀਂ ਹੈ। ਯੋਗਤਾ बोल जाना। ਹਾਂ, ਕੁਆਲੀਫਿਕੇਸ਼ਨ ਮੀਨਸ ਯੋਗਤਾ। ठीक है। ਸਕਿੱਲਸ ਮੀਨਸ ਹੁਨਰ। ਸਕਿੱਲਸ ਨੂੰ ਕਹਿੰਦੇ ਆ ਹੁਨਰ। स्किल्स हुनर। ਹਾਂਜੀ। ਪ੍ਰੋਵੀਜ਼ਨਲ, ਜਿਵੇਂ ਆਪਾਂ ਕਹਿੰਦੇ ਪ੍ਰੋਵੀਜ਼ਨਲ PR, ਪ੍ਰੋਵੀਜ਼ਨਲ, ਹਨਾ, ਸਰਟੀਫਿਕੇਟ ਹੁੰਦੇ ਜਿਵੇਂ, ਪ੍ਰੋਵੀਜ਼ਨਲ ਨੂੰ ਕਹਿੰਦੇ ਆ RG। ਪ੍ਰੋਵੀਜ਼ਨਲ ਮੀਨਸ RG। RG। ਹਾਂਜੀ, AARZ RG। समझ नहीं आया। डबल AARZI RG। प्रोविजनल मींस RG। RG। ਹਾਂਜੀ। बोले सर्विसेज मींस सेवावां। सर्विसेज मींस सेवावां। सर्विसेज सेवावां। ਹਾਂਜੀ। कंसर्न मींस चिंता। कंसर्न मींस चिंता। चिंता।
Supervising means निरीक्षण. Supervising means निरीक्षण. supervising निरीक्षण. निरीक्षण, हाँ जी. Experience means तजुर्बा. Experience means तजुर्बा. तजुर्बा. Practice means अभ्यास. Practice अभ्यास. Financial आर्थिक. Financial means आर्थिक. आर्थिक. Support सहयोग. Support सहयोग. हाँ जी. Validity मियाद. Validity means मियाद. Validity. मियाद. Reasonable जायज. Reasonable means जायज. ਜਦੋਂ ਆਪਾਂ price ਨਾਲ use ਕਰਦੇ ਹਾਂ, reasonable price. So reasonable means जायज. Loan means कर्ज. Loan means कर्ज. Okay. Capacity means समर्था. Capacity means समर्था. रथा. Interest means ब्याज. Interest means ब्याज. ਜਦੋਂ ਆਪਾਂ ਬੈਂਕ ਚ ਇੰਟਰਸਟ ਦੀ ਗੱਲ ਕਰੀਏ ਤਾਂ ਉਹਨੂੰ ਆਪਾਂ ਕਹਿੰਦੇ ਵਿਆਜ. ਪਰ ਜੇ ਮੈਂ ਕਹਾਂ ਮੈਂ ਇਸ ਕੰਮ ਚ ਇੰਟਰਸਟਿਡ ਨਹੀਂ ਆ, ਉਹਨੂੰ ਕਵਾਂਗੇ ਰੁਚੀ. ਸੋ ਦੋ ਮੀਨਿੰਗ ਲਿਖ ਲਓ ਇਹਦੇ ਕੌਮਾ ਪਾ ਕੇ. ਇੰਟਰਸਟ ਮੀਨਸ ਵਿਆਜ ਜਾਂ ਫਿਰ ਕੌਮਾ ਰੁਚੀ. Attitude means ਰਵੱਈਆ. Attitude means रवैया. रवैया. Challenge means चुनौती. Challenge means चुनौती. हाँ जी. Reference number means हवाला अंक. Reference number जिमें हर application दा reference number हुंदा. So reference number means हवाला अंक. अंक, हाँ जी. Interpreter means दुभाषिया. जिन्हें दो भाषावां आंदियां होण. Interpreter means दुभाषिया. दुभाषिया. Translator means अनुवादक. Translator means अनुवादक. वादक. Relevant means संबंधित. Relevant means संबंधित. हाँ जी. Suitable means टुकमा. Suitable means टुकमा. हाँ जी, टुकमा. ठीक है जी. Criticize means निंदा. किसे निंदा करना. Criticize निंदा. Criticize spelling क्या है? CRITICIZE. Criticize. Criticize की meaning है? निंदा. निंदा. हाँ जी. Conspiracy means साजिश. Conspiracy. CONSPIRACY. Conspiracy means साजिश. साजिश. हाँ जी. I'm afraid. I'm afraid means ਮੈਨੂੰ खेद है. ये काफी बारी आंदा phrase I'm afraid. So I'm afraid ਨੂੰ ਕਵਾਂਗੇ ਮੈਨੂੰ खेद है. खेद है. ठीक है जी. Quantity means मात्रा. Quantity means मात्रा. Quality means गुणवत्ता. Quality ਨੂੰ ਕਹਿੰਦੇ ਗੁਣਵੱਤਾ. गुणवत्ता. गुणवत्ता. Declare means घोषणा. Declare करना, घोषणा करनी. So declare means घोषणा. घोषणा किधर लिखा? GHOSHNA. घोषणा. घोषणा. Warning, चेतावनी. Warning means चेतावनी.
ਹਾਂਜੀ ਫੋਲੋ ਮੀਨਸ ਪਾਲਣਾ ਕਰਨੀ, ਜੇ ਮੈਂ ਕਹਾਂ ਯੂ ਨੀਡ ਟੂ ਫੋਲੋ ਰੂਲਸ ਐਂਡ ਰੈਗੂਲੇਸ਼ਨ, ਸੋ ਫੋਲੋ ਦਾ ਮਤਲਬ ਹੋਊਗਾ ਪਾਲਣਾ ਕਰਨੀ। ਪਾਲਣ ਤੇ ਇਹਦਾ ਇੱਕ ਹੋਰ ਮੀਨਿੰਗ ਹੋ ਸਕਦਾ, ਕੌਮਾ ਪਾ ਕੇ ਲਿਖੋ, ਪਿੱਛਾ ਕਰਨਾ, ਜੇ ਮੈਂ ਕਹਾਂ ਹੀ ਇਜ਼ ਫੋਲੋਇੰਗ ਮੀ, ਕਿ ਉਹ ਮੇਰਾ ਪਿੱਛਾ ਕਰ ਰਿਹਾ, ਠੀਕ ਹੈ। ਸੋ ਫੋਲੋਇੰਗ ਤੇ ਫੋਲੋ ਦੇ ਦੋ ਮੀਨਿੰਗ ਹੋ ਸਕਦੇ ਆ, ਪਾਲਣਾ ਕਰਨੀ ਤੇ ਕੌਮਾ ਪਿੱਛਾ ਕਰਨਾ। ਫੋਲੋਇੰਗ ਤੇ ਪਿੱਛਾ ਕਰਨਾ। ਹਾਂਜੀ। ਓਕੇ ਥ੍ਰੈਟਨ ਧਮਕਾਉਣਾ, ਥ੍ਰੈਟਨ ਕਰਨਾ ਕਿਸੇ ਨੂੰ, ਧਮਕਾਉਣਾ, ਥ੍ਰੈਟਨ ਤਮ ਕਾਉਣਾ। ਕੋਨਾ ਬੇਸਿਕ ਮੀਨਸ ਬੁਨਿਆਦੀ, ਜਿਵੇਂ ਕਹਾਂ ਮੇਰੀ ਬੇਸਿਕ ਨੀਡਸ ਨੇ, ਬੁਨਿਆਦੀ ਲੋੜਾਂ ਨੇ, ਸੋ ਬੇਸਿਕ ਮੀਨਸ ਬੁਨਿਆਦੀ। ਬੁਨਿਆਦੀ ਹਾਂਜੀ। ਜਨਰਲੀ ਮੀਨਸ ਆਮ ਤੌਰ ਤੇ, ਜਨਰਲੀ ਮੀਨਸ ਆਮ ਤੌਰ ਤੇ, ਹਾਂ ਜਨਰਲੀ ਮੀਨਸ ਆਮ ਤੌਰ ਤੇ। ਠੀਕ ਮੈਟਰ ਮੀਨਸ ਮਾਮਲਾ, ਮੈਟਰ ਮੀਨਸ ਮਾਮਲਾ। ਹਾਂਜੀ ਅਨਫੋਰਚੂਨੇਟਲੀ ਮੀਨ ਬਦਕਿਸਮਤੀ ਨਾਲ, ਅਨਫੋਰਚੂਨੇਟਲੀ ਮੀਨਸ ਬਦਕਿਸਮਤੀ ਨਾਲ। ਬਦ ਕਿਸ ਮਤੀ ਨਾਲ ਨਾਲ। ਵਰਕਰ ਕੰਪਨਸੇਸ਼ਨ ਮਜ਼ਦੂਰ ਮੁਆਵਜ਼ਾ, ਵਰਕਰ ਕੰਪਨਸੇਸ਼ਨ, ਕੰਪਨਸੇਸ਼ਨ ਹਾਂਜੀ ਵਰਕਰ ਕੰਪਨਸੇਸ਼ਨ ਮਜ਼ਦੂਰ ਮੁਆਵਜ਼ਾ। ਤੋ ਮੁਆਵਜ਼ਾ ਹਾਂਜੀ। ਓਕੇ employer means ਰੋਜ਼ਗਾਰ ਦਾਤਾ, employer means ਰੋਜ਼ਗਾਰ ਦਾਤਾ, ਰੋਜ਼ ਦਾਤਾ। ਰੁਜ਼ਗਾਰ ਦਾਤਾ ਹੈ ਨਾ। ਹਾਂਜੀ। appreciate means ਕਦਰ ਕਰਨਾ, ਕਦਰ ਕਰਨਾ। associate ਸਹਿਯੋਗੀ, associate means ਸਹਿਯੋਗੀ, ਐਸੋਸੀਏਟ ਸਹਿਯੋਗੀ। decision means ਫੈਸਲਾ, decision means ਫੈਸਲਾ। ਹਾਂਜੀ। plan means ਯੋਜਨਾ, plan means ਯੋਜਨਾ, ਆਏ ਨਾ ਯੂ ਹਾਂਜੀ ਯੋਜਨਾ। ਹਾਂਜੀ requirements means ਸ਼ਰਤਾਂ, requirements ਨੂੰ ਸ਼ਰਤਾਂ ਵੀ ਕਹਿ ਸਕਦੇ ਆ ਤੇ ਜ਼ਰੂਰਤਾਂ ਵੀ। ਫਿਰ requirements ਦੇ ਦੋ ਮੀਨਿੰਗ ਸ਼ਰਤਾਂ, ਕੌਮਾ ਜ਼ਰੂਰਤਾਂ। ਜ਼ਰੂਰ ਠੀਕ ਹੈ ਜੀ, ਸ਼ਰਤਾਂ ਜਾਂ ਫਿਰ ਜ਼ਰੂਰਤਾਂ। ਜ਼ਰੂਰ ਤਾਂ ਪਹਿਲਾਂ ਵੀ ਕੁਝ ਲਿਖਿਆ ਕਿ ਨਹੀਂ। ਨਹੀਂ ਨਹੀਂ। requirements means ਸ਼ਰਤਾਂ ਜਾਂ ਫਿਰ ਜ਼ਰੂਰਤਾਂ। demonstrate means ਦਿਖਾਉਣਾ, demonstrate ਕਰਨਾ, ਦਿਖਾਉਣਾ, ਡੈਮੋਨਸਟ੍ਰੇਟ ਦਿਖਾਉਣਾ। ਦਿਖਾਉਣਾ approve means ਮਨਜ਼ੂਰੀ, approve means ਮਨਜ਼ੂਰੀ, approve ਮਨਜ਼ੂਰੀ। arrangement ਪ੍ਰਬੰਧ, arrangement ਪ੍ਰਬੰਧ, ਔਰ ਬੰਦ arrangement ਪ੍ਰਬੰਧ। ਓਕੇ consultation ਸਲਾਹ ਮਸ਼ਵਰਾ, consultation ਸਲਾਹ ਮਸ਼ਵਰਾ, ਸਲਾਮ ਮਸ਼ਵਰਾ। ਵਰਾ migration ਪ੍ਰਵਾਸ, migration means ਪ੍ਰਵਾਸ। ਪਰਵਾਸ complicated ਔਖਾ, complicated means ਔਖਾ। ਔਖਾ ਓਕੇ prospective means ਸੰਭਾਵੀ, prospective ਸੰਭਾਵੀ, ਜਦੋਂ ਫਿਊਚਰ ਦੀ ਗੱਲ ਕਰਦੇ ਹਾਂ। prospective means ਸੰਭਾਵੀ। ਸੰਭਾਵੀ ਹਾਂਜੀ। performance means ਪ੍ਰਦਰਸ਼ਨ, performance means ਪ੍ਰਦਰਸ਼ਨ, ਪਰਫਾਰਮੈਂਸ ਪ੍ਰਦਰਸ਼ਨ। ਦਰਸ਼ਨ ਹਾਂਜੀ। available means ਉਪਲਬਧ, available means ਉਪਲਬਧ, ਉਪਲਬਧ, ਉਪਲਬਧ। behavior means ਵਤੀਰਾ, behavior means ਵਤੀਰਾ, ਵਤੀਰਾ ਹਾਂਜੀ ਵਤੀਰਾ, ਜਾਂ ਵਰਤਾਓ ਵੀ ਕਹਿ ਸਕਦੇ ਹਾਂ, ਵਤੀਰਾ ਜਾਂ ਫਿਰ ਵਰਤਾਓ।
ਵਰਤਾਓ ਪਤਾ ਨਹੀਂ ਕੀ हाँ ਕੁਛ जी। चांस मीन्स मौका, चांस देना, मौका। जिवें कहा आई गिव यू वन मोर चांस, कि मैं ਤੁਹਾਨੂੰ ਇੱਕ ਹੋਰ ਮੌਕਾ ਦਿੰਦੀ ਹਾਂ, ਠੀਕ ਹੈ। ਜੇ ਮੈਂ ਕਹਾ देयर इज चांसेस दैट देयर विल बी रेन टुडे, ਉਸ ਚੀਜ਼ ਉਸ ਕੇਸ ਚ ਚਾਂਸ ਨੂੰ ਕਵਾਂਗੇ ਸੰਭਾਵਨਾ। ਇਹਦੇ ਦੋ ਮੀਨਿੰਗ ਹੋ ਸਕਦੇ ਆ। ਚਾਂਸ ਮੀਨਸ ਮੌਕਾ, ਕੌਮਾ ਸੰਭਾਵਨਾ। ਸੰਭਾਵਨਾ। ਹਾਂਜੀ। कॉन्फ्रेंस मीन्स सम्मेलन, कॉन्फ्रेंस मीन्स सम्मेलन, मेलन। हाँ जी। इन्वायरमेंट मीन्स वातावरण, इन्वायरमेंट मीन्स वातावरण, वरण। हाँ जी। नेक्स्ट लिखो। जी। सर्टिफाइड, सर्टिफाइड मीन्स तस्दीकशुदा। सर्टिफाइड मीन्स सर्टिफाइड, जो मैं कहा सर्टिफाइड है ना, सर्टिफाइड मीन्स तस्दीकशुदा, तस्दीक। फर्स्ट देन शुदा। हाँ जी, तस्दीकशुदा। शुदा। ठीक है जी। ਐਕ੍ਰੈਡਿਟਡ, ਹੁਣ ਆਪਾਂ ਕਹਿੰਦੇ ਕਿ ਐਕ੍ਰੈਡਿਟਡ ਇੰਸਟੀਚਿਊਟ ਤੋਂ ਹੀ ਕਰਨਾ ਚਾਹੀਦਾ ਕੋਰਸ, ਹੈ ਨਾ, ਜਿਹੜਾ ਕ੍ਰਿਸ ਕ੍ਰਾਸ ਦੇ ਨਾਲ ਹੋਵੇ। ਸੋ ਐਕ੍ਰੈਡਿਟਡ ਮੀਨਸ ਮਾਨਤਾ ਪ੍ਰਾਪਤ, ਐਕ੍ਰੈਡਿਟਡ ਮੀਨਸ ਮਾਨਤਾ ਪ੍ਰਾਪਤ, ਪ੍ਰਾਪਤ। ਠੀਕ ਹੈ ਜੀ। डिटर्मिनेशन मीन्स पक्का इरादा, डिटर्मिनेशन मीन्स पक्का इरादा, पक्का इरादा। इरादा। हाँ जी। इंकरेज मीन्स हल्लाशेरी, इंकरेज करना, हल्लाशेरी देना। इंकरेज मीन्स हल्लाशेरी, शेरी। सब्जेक्ट मीन्स विषा, सब्जेक्ट मीन्स विषा। सब्जेक्ट एक और भी चीज, जिदा किसी चीज ਨੂੰ सब्जेक्ट भी कह ਸਕਦੇ ਹਾਂ ਕਿ ਨਹੀਂ? नहीं नहीं, वो डिफरेंट है। ये सब्जेक्ट हो गए ਜਿਹੜੇ ਆਪਾਂ ਪੜ੍ਹਦੇ ਹਾਂ ਕਿਸੇ ਵੀ ਮੋਡਿਊਲ ਦੇ ਵਿੱਚ, ਸੋ ਸਬਜੈਕਟ ਨੂੰ ਕਵਾਂਗੇ ਵਿਸ਼ਾ। ਠੀਕ ਹੈ। ਮਤਲਬ ਜਿਹੜੇ ਵੀ ਆਪਾਂ ਸਬਜੈਕਟਸ ਪੜ੍ਹਦੇ ਹਾਂ, ਮੈਥ ਹੋ ਗਿਆ, ਕੋਈ ਵੀ ਹੋ ਗਿਆ, ਸੋ ਉਹਨੂੰ ਵਿਸ਼ਾ ਕਹਿੰਦੇ ਆ। ਬਜਟ ਮੀਨਸ ਗੁੰਜਾਇਸ਼, बजट मीन्स गुंजाइश, जायश। हाँ जी। ट्रांसफर, कहना ट्रांसफर होगी, है ना, ट्रांसफर मीन्स बदली, ट्रांसफर मीन्स बदली। हाँ जी। ट्रांसफर बदलना भी ਹੁੰਦਾ, ਇੱਕ ट्रांसफर करना नहीं, ज्यादा ट्रांसफर आप जॉब दे उस चीज यूज करते हैं, प्रमोशन, ट्रांसफर। हाँ जी, बदली। रिस्क हो गया खतरा, रिस्क मीन्स खतरा, रिस्क खतरा, खतरा। हाँ जी। इंश्योरेंस मीन्स बीमा, इंश्योरेंस मीन्स बीमा, इंश्योरेंस इज बीमा। हाँ जी। कॉशियस, कॉशियस मीन्स सावधान, कॉशियस रहना, सावधान। कॉशियस द स्पेलिंग क्यों नहीं? CAUTIOUS, कॉशियस मीन्स सावधान। नहीं, मैं नहीं पता चले कॉशियस ते कितना? CAU हाँ जी। TIOUS, कॉशियस, सावधान। ओके ओके। नेक्स्ट इज विजिलेंट, विजिलेंट मीन्स सतर्क रहना, like VIGILANT, विजिलेंट। सो विजिलेंट मीन्स सतर्क रहना, सतर्क। हाँ जी। डिकेड मीन्स दहाका, डिकेड कहते हैं 10 साल के टाइम, है ना, सो डिकेड मीन्स दहाका, दहाका। हाँ जी। सेंचुरी मीन्स सदी, 100 ईयर्स ਨੂੰ सेंचुरी कहते हैं, सो सेंचुरी मीन्स सदी, सदी। हाँ जी। देन लिखो वल्गर, वल्गर मीन्स अश्लील, वल्गर मीन्स अश्लील, अश्लील। हाँ जी। इशू मीन्स मुद्दा, इशू मीन्स मुद्दा, मुद्दा। हाँ जी। रिस्पॉन्सिबल मीन्स जिम्मेवार, रिस्पॉन्सिबल, जिम्मेवार, जिम्मेवार, जिम्मेदार, जिम्मेवार, जिम्मेवार। ओके। एम्प्लॉयमेंट, रोजगार, एम्प्लॉयमेंट मीन्स रोजगार, एम्प्लॉयमेंट, रोजगार। एप्लीकेशन मीन्स अर्जी देना, एप्लीकेशन मीन्स अर्जी देना, अर्जी देना। ओके। प्रोसेसिंग मीन्स कार्रवाई, प्रोसेसिंग मीन्स कार्रवाई, कार्यवाही। हाँ जी। प्रोसेसिंग मीन्स कार्रवाई, ओके।
Confidence means आत्म विश्वास. Confidence means आत्म विश्वास. तम विश्वास. वाश. Will power means इच्छा शक्ति. Will Will power means power. इच्छा शक्ति. सच इच्छा इच्छा शक्ति. ती. हाँ जी. Regret means पछतावा. Regret means पछतावा. पछतावा. हाँ जी. Staff means कर्मचारी. Staff means कर्मचारी. कर्मचारी. Director means संचालक. Director means संचालक. डायरेक्टर चालक. लक. Investment निवेश. Investment means निवेश. इन्वेस्टमेंट निवेश. वेश. हाँ जी. Fixed deposit means मियादी जमा राशि. Fixed deposit means मियादी जमा राशि. म्यादी जमा राशि. जमा राशि. हाँ जी. That's it. ਹੁਣ ਆਪਾਂ ਕੋਈ ਇੱਕ ਆਡੀਓ ਕਰਦੇ ਹਾਂ ਪ੍ਰੈਕਟਿਸ ਕਰਨ ਦੇ ਲਈ. ओके. ठीक है. मतलब इन्ने इनफ आ. हाँ जी. ਇੱਕ ਮਤਲਬ ਸੈਸ਼ਨ ਖਤਮ ਹੋ ਗਿਆ. ਉਹਦਾ ਕੀ ਕਹਿੰਦੇ ਆ ਉਹ ਕੈਬ ਦਾ ਹਲੇ ਹੋਰ ਲਿਖਵਾਉਂਗੀ ਹੌਲੀ ਹੌਲੀ. ਇਹ ਜਸਟ ਮਤਲਬ ਬੇਸਿਕ ਜੀ ਸੀ ਜਿਹੜੀ ਹਰ ਪਾਸੇ ਯੂਜ਼ ਹੋ ਜਾਂਦੀ ਹੈ. बुनियादी सी है. बेसिक बुनियादी. Just a second. ये ਜਿਹੜੀ ਕਲਾਸਿਸ ਹੈ ਕਿੰਨੀ ਦੇਰ ਤੱਕ ਚੱਲਣੀ ਹੈ? ਇਹਦਾ ਨਹੀਂ ਮੈਨੂੰ ਪਤਾ ਵੈਸੇ ਪਿਛਲੇ ਸਾਲ ਤੋਂ ਹੀ ਚੱਲ ਰਹੀਆਂ I think so. ਸਾਲ ਤਾਂ ਹੋ ਹੀ ਗਿਆ. ਓਹੋ. ਹਾਂਜੀ ਚਲੋ ਸਟਾਰਟ ਕਰਦੇ ਹਾਂ. ਹਾਂਜੀ. ਓਕੇ. ਤੁਸੀਂ ਅੱਜ ਨੋਟਸ ਲੈਣ ਦੀ ਕੋਸ਼ਿਸ਼ ਕਰੋ. ਪੇਪਰ ਨੂੰ ਵਿੱਚੋਂ ਡਿਵਾਈਡ ਕਰੋ. ਇੱਕ ਪਾਸੇ ਪੰਜਾਬੀ ਲਿਖੋ ਤੇ ਇੱਕ ਪਾਸੇ ਇੰਗਲਿਸ਼ ਲਿਖੋ. ਠੀਕ ਹੈ. ਜਦੋਂ ਤੁਸੀਂ ਪੰਜਾਬੀ ਚ ਉਹਨੂੰ ਕਨਵਰਟ ਕਰਨਾ ਮਤਲਬ ਪੰਜਾਬੀ ਚ ਚੇਂਜ ਕਰਕੇ ਬੋਲਣਾ ਤੁਸੀਂ ਪੰਜਾਬੀ ਦੇ ਅੰਡਰ ਨੋਟਸ ਲੈਣੇ ਆ ਹੈਡਿੰਗ ਦੇ ਨੀਚੇ. ਤੇ ਜਦੋਂ ਤੁਸੀਂ ਇੰਗਲਿਸ਼ ਚ ਬੋਲਣਾ ਤੇ ਇੰਗਲਿਸ਼ ਦੇ ਅੰਡਰ ਨੋਟਸ ਲੈਣੇ ਆ. ਲਿਖਣੀ ਇੰਗਲਿਸ਼ ਹੀ ਹੈ ਪੰਜਾਬੀ ਨਹੀਂ ਲਿਖਣੀ. ਇੰਗਲਿਸ਼ ਦੇ ਨੀਚੇ ਮੈਂ ਪੰਜਾਬੀ ਵਰਡ ਲਿਖਨੇ ਆ? ਨਹੀਂ 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 ਨਹੀਂ. ਜਦੋਂ ਤੁਸੀਂ ਨੋਟਸ ਬਣਾਉਣੇ ਆ ਆਪਣੇ ਪੇਜ ਨੂੰ ਵਿੱਚੋਂ ਡਿਵਾਈਡ ਕਰਨਾ. ਹਾਂਜੀ. ਮੈਂ ਇੱਕ ਜਦੋਂ ਉੱਥੇ ਪਾਸੇ ਤੁਹਾਡਾ ਸੈਗਮੈਂਟ ਤੁਹਾਡਾ ਇੰਗਲਿਸ਼ ਚ ਚੱਲ ਰਿਹਾ ਹੋਏਗਾ ਤੁਸੀਂ ਪੰਜਾਬੀ ਚ ਬੋਲਣਾ ਰਾਈਟ. ਤਾਂ ਤੁਸੀਂ ਪੰਜਾਬੀ ਦੇ ਹੈਡਿੰਗ ਦੇ ਅੰਡਰ ਨੋਟਸ ਬਣਾਉਣੇ ਆ ਕਿ ਤੁਹਾਨੂੰ ਪਤਾ ਹੋਵੇ ਕਿ ਹਾਂ ਮੈਂ ਪੰਜਾਬੀ ਚ ਬੋਲਣਾ. ਤੇ ਜਦੋਂ ਪੰਜਾਬੀ ਚ ਉੱਥੋਂ ਸੈਗਮੈਂਟ ਚੱਲੇਗਾ ਤੁਸੀਂ ਇੰਗਲਿਸ਼ ਚ ਬੋਲਣਾ ਤਾਂ ਤੁਸੀਂ ਇੰਗਲਿਸ਼ ਦੀ ਹੈਡਿੰਗ ਦੇ ਅੰਦਰ ਸਭ ਮਤਲਬ ਨੋਟਸ ਬਣਾਉਣੇ ਆ. ਨੋਟਸ ਦੋਨੋਂ ਪਾਸੇ ਇੰਗਲਿਸ਼ ਚ ਹੀ ਬਣਨਗੇ ਬਸ ਉਹਨੂੰ ਡਿਵਾਈਡ ਕਰਕੇ ਬਣਾਉਣੇ. ਠੀਕ ਹੈ ਮੈਂ ਇੱਕ ਵਾਰ ਪੰਜਾਬੀ ਇੱਕ ਪਾਸੇ ਇੰਗਲਿਸ਼ ਲਿਖ ਲਿਆ. ਹਾਂਜੀ. ਤੁਸੀਂ ਆਪਣਾ ਦੇਖਣਾ ਜਦੋਂ ਤੁਸੀਂ ਪੰਜਾਬੀ ਚ ਬੋਲਣਾ ਹੈ ਪੰਜਾਬੀ ਦੀ ਹੈਡਿੰਗ ਦੇ ਅੰਡਰ ਨੋਟਸ ਲੈਣੇ ਆ. ਜਦੋਂ ਇੰਗਲਿਸ਼ ਚ ਬੋਲਣਾ ਹੈ ਇੰਗਲਿਸ਼ ਦੀ ਹੈਡਿੰਗ ਦੇ ਨੀਚੇ ਨੋਟਸ ਲੈਣੇ ਆ. ਕਲੀਅਰ? ਠੀਕ ਹੈ. ਟਰਾਈ ਕਰੋ. ਚਲੋ ਸਟਾਰਟ ਕਰਦੇ. Complaint at the City Council. Scenario: Mr. Singh is calling Windham City Council to report about his missing bin. Dialogue begins now. Welcome to City Council, sir. What can I do for you today? ਹਾਂਜੀ. स्वागत है मिस्टर मान. नहीं दोबारा सुनो. बस बोल. Complaint at the City Council. Scenario: Mr. Singh is calling Windham City Council to report about his missing bin. Dialogue begins now. Welcome to City Council, sir. What can I do for you today? ਸਿਟੀ ਕਾਉਂਸਲ 'ਚ ਤੁਹਾਡਾ ਸਵਾਗਤ ਹੈ. ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ? ਹਾਂਜੀ. ਹੁਣ ਇੱਥੇ ਸਿਟੀ ਕਾਉਂਸਲ ਨੂੰ ਕਹਿੰਦੇ ਆ ਨਗਰ ਨਿਗਮ. ਠੀਕ ਹੈ. ਨਗਰ ਨਿਗਮ ਦੇ ਵਿੱਚ ਤੁਹਾਡਾ ਸਵਾਗਤ ਹੈ. ਮੈਂ ਤੁਹਾਡੇ ਲਈ ਅੱਜ ਕੀ ਕਰ ਸਕਦੀ ਹਾਂ? ਕਲੀਅਰ? ਤੁਹਾਡਾ ਸਵਾਗਤ ਹੈ. ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ? ਹਾਂਜੀ. ਨੈਕਸਟ. ਸਤਿ ਸ਼੍ਰੀ ਅਕਾਲ ਜੀ. ਸਾਡੇ ਘਰ ਦੇ ਬਾਹਰੋਂ ਸਾਡਾ ਕੂੜੇਦਾਨ ਗਵਾਚ ਗਿਆ ਹੈ ਤੇ ਇਸੇ ਲਈ ਮੈਂ ਤੁਹਾਨੂੰ ਅੱਜ ਫੋਨ ਕੀਤਾ ਹੈ. ਹਾਂਜੀ. ਸਤਿ ਸ੍ਰੀ ਅਕਾਲ ਨੂੰ ਕੀ ਕਹਾਂਗੀ? ਗੁੱਡ ਮਾਰਨਿੰਗ. ਓਕੇ. या हेलो. ठीक है. दोबारा चलाओ प्लीज. हाँ जी.
Welcome to City Council, sir. What can I do for you today? ਸਤਿ ਸ੍ਰੀ ਅਕਾਲ ਜੀ। ਸਾਡੇ ਘਰ ਦੇ ਬਾਹਰੋਂ ਸਾਡਾ ਕੂੜੇਦਾਨ ਗਵਾਚ ਗਿਆ ਹੈ ਤੇ ਇਸੇ ਲਈ ਮੈਂ ਤੁਹਾਨੂੰ ਅੱਜ ਫੋਨ ਕੀਤਾ ਹੈ। ਹਮ Hello. Um, thanks. I have lost my dustbin in front of my house. That's why I called you. hello, my bin went missing from outside of my house and that's why I'm calling to talk to you about it. Bin ਕਹਿਣਾ dustbin ਨਹੀਂ bin. Sorry, ਠੀਕ ਹੈ। ਦੁਬਾਰਾ ਕਿੱਦਾਂ ਮੈਂ ਕਿਵੇਂ ਕਿਸ ਇੰਗਲਿਸ਼ ਕਿੱਦਾਂ ਬਣਾਉਣੀ ਹੈ ਦੀ? My bin went missing from outside of my house and that's why I'm calling to you to talk to you about it. My bin went missing From outside of my house from outside of my house. and that's why I'm calling to talk to you about it. That's why I'm calling you To talk to you about it. to. Next देखो। Okay. Okay, somebody might have done it for fun. We've heard some complaints that some kids are doing such things. Yes. Okay. अच्छा. Okay. नहीं है? हाँ हाँ बोलो। छोटे छोटे वर्ड्स से नहीं आना प्लीज। ओके ਨੂੰ ਤੁਸੀਂ ਹਾਂਜੀ ਵੀ ਕਹਿ ਸਕਦੇ ਹੋ, ਅੱਛਾ ਵੀ ਕਹਿ ਸਕਦੇ ਹੋ, ਡਸਨਟ ਮੈਟਰ। Okay. ਹਾਂਜੀ ਹਾਂਜੀ, ਇਹ ਕਿਸੇ ਨੇ ਮਜ਼ਾਕ ਵਿੱਚ ਕੀਤਾ ਹੋਣਾ ਹੈ, ਹਾਂਜੀ ਸ਼ਾਇਦ ਕਿਸੇ ਬੱਚੇ ਨੇ ਕੀਤਾ ਹੋਣਾ। ਨਹੀਂ ਉਹਨੇ ਕਿਹਾ someone might have done it for fun. We have heard complaints of children's doing these things. ਠੀਕ ਹੈ, ਤੇ ਉਹਨੇ ਕਿਹਾ ਹਾਂਜੀ ਕਿਸੇ ਨੇ ਮौज ਮਸਤੀ ਲਈ ਕਰ ਦਿੱਤਾ ਹੋਵੇਗਾ। ਅਸੀਂ ਕਈ ਸ਼ਿਕਾਇਤਾਂ ਸੁਣੀਆਂ ਹਨ ਬੱਚਿਆਂ ਬਾਰੇ ਜੋ ਇਹ ਸਭ ਚੀਜ਼ਾਂ ਕਰ ਰਹੇ ਹਨ। ਅਸੀਂ ਕਈ ਸ਼ਿਕਾਇਤਾਂ ਸੁਣੀਆਂ ਨੇ ਬੱਚਿਆਂ ਨੂੰ। ਹਾਂਜੀ ਬੱਚਿਆਂ ਬਾਰੇ ਜੋ ਇਹ ਸਭ ਚੀਜ਼ਾਂ ਕਰ ਰਹੇ ਹਨ। ਰਾਈਟ ਨੈਕਸਟ। ਇੱਕ ਮਿੰਟ ਇਹ ਦੁਬਾਰਾ ਪਤਾ ਹੀ ਹੈ। ਸੁਣਾਓ। ਹਾਂਜੀ ਉਹ ਇੰਗਲਿਸ਼ ਵਾਲਾ ਹੀ ਮੈਨੂੰ ਇੱਕ ਵਾਰ ਸਿੱਖਣ ਨੂੰ ਮੈਂ। ਗਵਾਚ ਗਿਆ ਹੈ ਤੇ ਇਸੇ ਲਈ ਮੈਂ ਤੁਹਾਨੂੰ ਅੱਜ ਫੋਨ ਕੀਤਾ ਹੈ। Okay, somebody might have done it for fun. We've heard some complaints that some kids are doing such things. ਠੀਕ ਹੈ, ਤੇ ਉਹਨੇ ਕਿਹਾ ਹਾਂਜੀ ਕਿਸੇ ਨੇ ਮौज ਮਸਤੀ ਲਈ ਕਰ ਦਿੱਤਾ ਹੋਵੇਗਾ। ਅਸੀਂ ਕਈ ਸ਼ਿਕਾਇਤਾਂ ਸੁਣੀਆਂ ਹਨ ਬੱਚਿਆਂ ਬਾਰੇ ਜੋ ਇਹ ਸਭ ਚੀਜ਼ਾਂ ਕਰ ਰਹੇ ਹਨ। ਓਕੇ ਰਾਈਟ ਨੈਕਸਟ। ਇਹ ਤਾਂ ਬੜਾ ਹੀ ਅਜੀਬ ਤਰੀਕਾ ਮौज ਮਸਤੀ ਕਰਨ ਦਾ। ਅੱਜ ਇਹ ਬੱਚੇ ਕੂੜੇਦਾਨ ਨੂੰ ਚੋਰੀ ਕਰ ਰਹੇ ਆ ਤੇ ਹੌਲੀ-ਹੌਲੀ ਇਹਨਾਂ ਨੇ ਗੱਡੀਆਂ ਚੋਰੀ ਕਰਨੀਆਂ ਸ਼ੁਰੂ ਕਰ ਦੇਣੀਆਂ। ਇਹਨਾਂ ਬੱਚਿਆਂ ਨੂੰ ਸਬਕ ਸਿਖਾਉਣਾ ਹੀ ਪਊਗਾ। ਹਾਂਜੀ that's really weird. Now these children are stealing bins. In future they will steal cars. yes we should teach them a lesson. Teach them a lesson. ठीक है, this seems like very weird way of having fun. Today they are stealing bins, tomorrow it can be cars, so we should teach them a lesson. ठीक है Okay. हाँ जी next देखो। Well, let's focus on what's important today. What kind of bins are you talking about? Is that a rubbish bin, recycle bin, or a green waste bin? हाँ जी ਨਹੀਂ ਦੁਬਾਰਾ ਚਲਾਓ, ਨਹੀਂ ਪਤਾ ਲੱਗਦਾ ਮੈਨੂੰ ਇੰਗਲਿਸ਼ ਤੋਂ ਪੰਜਾਬੀ। दोबारा सुनो। ਇਹਨਾਂ ਬੱਚਿਆਂ ਨੂੰ ਸਬਕ ਸਿਖਾਉਣਾ ਹੀ ਪਊਗਾ। Well, let's focus on what's important today. What kind of bins are you talking about? Is that a rubbish bin, recycle bin, or a green waste bin? बिन ਦਾ ਨਾਮ ਸੇਮ ਹੀ ਰਹੇਗਾ ਜਿਵੇਂ ਰਬਿਸ਼ ਬਿਨ, ਰੀਸਾਈਕਲ ਬਿਨ ਜਾਂ ਗ੍ਰੀਨ ਵੇਸਟ ਬਿਨ। ਠੀਕ ਹੈ ਲਾਸਟ ਵਾਲਾ ਕਿਹੜਾ ਬਿਨ? ਗ੍ਰੀਨ ਵੇਸਟ। ਗ੍ਰੀਨ ਵੇਸਟ। ਉਹਨੂੰ Yes. ਗ੍ਰੀਨ ਵੇਸਟ ਨੂੰ ਇਦਾਂ ਹੀ ਕਹਾਂਗੇ ਆਪਾਂ? ਹਾਂਜੀ ਬਿਨ ਨੂੰ ਏਦਾਂ ਹੀ ਰੱਖਾਂਗੇ, ਉਹਨੂੰ ਚੇਂਜ ਨਹੀਂ ਕਰਾਂਗੇ। ਰਬਿਸ਼ ਬਿਨ, ਰੀਸਾਈਕਲ ਬਿਨ ਜਾਂ ਗ੍ਰੀਨ ਵੇਸਟ। ਓਕੇ ਚਲੋ ਜ਼ਰੂਰੀ ਗੱਲ ਕਰਦੇ ਹਾਂ। ਕਿਸ ਟਾਈਪ ਦਾ ਬਿਨ ਤੁਹਾਡਾ ਗਵਾਚਿਆ ਹੈ? ਇਹ ਕੀ ਉਹ ਕਿਹੜੇ ਰਬਿਸ਼ ਬਿਨ, ਰੀਸਾਈਕਲ ਬਿਨ ਜਾਂ ਗ੍ਰੀਨ ਵੇਸਟ। ਰੀਸਾਈਕਲ ਬਿਨ ਸੀ ਜਾਂ ਗ੍ਰੀਨ ਵੇਸਟ ਬਿਨ ਸੀ? ਚਲੋ ਆਪਾਂ ਜ਼ਰੂਰੀ ਚੀਜ਼ਾਂ ਵੱਲ ਧਿਆਨ ਦਈਏ। ਤੁਸੀਂ ਕਿਸ ਪ੍ਰਕਾਰ ਦੇ ਕੂੜੇਦਾਨ ਦੀ ਗੱਲ ਕਰ ਰਹੇ ਹੋ? ਬਿਨ ਨੂੰ ਕੂੜਾਦਾਨ ਕਹਿੰਦੇ ਪੰਜਾਬੀ ਚ। ਸੋ ਤੁਸੀਂ ਕਿਸ ਪ੍ਰਕਾਰ ਦੇ ਕੂੜੇਦਾਨ ਦੀ ਤੁਸੀਂ ਗੱਲ ਕਰ ਰਹੇ ਹੋ? ਰਬਿਸ਼ ਬਿਨ, ਰੀਸਾਈਕਲ ਬਿਨ ਜਾਂ ਫਿਰ ਗ੍ਰੀਨ ਵੇਸਟ। ਠੀਕ ਹੈ ਕੂੜਾਦਾਨ। ਹਾਂਜੀ ਬਿਨ ਮੀਨਸ ਕੂੜਾਦਾਨ।
ਰਾਈਟ ਨੈਕਸਟ ਇਹ ਰਬਿਸ਼ ਬਿਨ ਸੀ ਜਿਸ ਦੇ ਉੱਤੇ ਲਾਲ ਢੱਕਣ ਸੀ। ਹਾਂਜੀ It was a rubbish bin with the red lid. yes it was a rubbish bin with the red lid. Next I see. It might be one of our trucks that's having some technical issues. We've had reports before as well that some of our trucks have damaged some rubbish bins. नहीं, this is hard. ਦੁਬਾਰਾ ਸੁਣ I see. It might be one of our trucks that's having some technical issues. We've had reports before as well that some of our trucks have damaged some rubbish bins. ਉਹਨੇ ਕਿਹਾ ਅੱਛਾ ਇਹ ਜਿਹਾ ਸਾਡੇ ਟਰੱਕ ਦੇ ਕਾਰਨ ਵੀ ਹੋ ਸਕਦਾ ਹੈ ਜਿਹਦੇ ਵਿੱਚ ਕੁਝ ਤਕਨੀਕੀ ਨੁਕਸ ਹਨ ਟੈਕਨੀਕਲ ਫਾਲਟ ਮੀਨਸ ਤਕਨੀਕੀ ਨੁਕਸ ਇਸ ਦੀ ਸਾਨੂੰ ਪਹਿਲਾਂ ਵੀ ਸੂਚਨਾ ਮਿਲੀ ਹੈ ਕਿ ਕੁਝ ਟਰੱਕਾਂ ਨੇ ਪਹਿਲਾਂ ਵੀ ਕੂੜੇਦਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਸੋ ਵੀ ਹੈਵ ਸੀਨ ਰਿਪੋਰਟਸ ਵੇਅਰ ਟਰੱਕਸ ਹੈਵ ਡੈਮੇਜ ਦੀ ਬਿਨਸ ਠੀਕ ਹੈ ਸੋ ਅੱਛਾ ਇਹ ਜਿਹਾ ਸਾਡੇ ਟਰੱਕਾਂ ਦੇ ਕਾਰਨ ਵੀ ਹੋ ਸਕਦਾ ਹੈ ਜਿਸ ਵਿੱਚ ਕੁਝ ਤਕਨੀਕੀ ਨੁਕਸ ਹਨ ਇਸ ਦੀ ਸਾਨੂੰ ਪਹਿਲਾਂ ਵੀ ਸੂਚਨਾ ਮਿਲੀ ਹੈ ਕਿ ਕੁਝ ਟਰੱਕਾਂ ਨੇ ਪਹਿਲਾਂ ਵੀ ਕੂੜੇਦਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਰਾਈਟ Okay. ਹਾਂਜੀ ਨੈਕਸਟ ਤੁਹਾਡਾ ਇਹ ਕਹਿਣ ਦਾ ਕੀ ਮਤਲਬ ਹੈ? ਕੂੜਾ ਇਕੱਠਾ ਕਰਨਾ ਤਾਂ ਬੜਾ ਆਮ ਜਿਹਾ ਕੰਮ ਹੈ ਨਾ? ਹਾਂਜੀ What do you mean by this? It's very common. Sorry. ਹਾਂ ਇਟਸ ਕੁਆਇਟ ਅ ਕਾਮਨ ਟਾਸਕ ਟੂ ਕਲੈਕਟ ਰਬਿਸ਼ It's quite a common task to collect rubbish. ਰਬਿਸ਼ ਹਾਂਜੀ ਹੈ ਨਾ ਨੂੰ ਕਹਿੰਦੇ isn't it ਮੇਕ Isn't ਸ਼ੋਰ ਕਰਨਾ ਹਾਂਜੀ what do you mean collecting rubbish is quite a common task isn't it Isn't it? Okay. yes next Well, yes and no. It's a technical issue. Some of the garbage trucks have been crushing these bins as if they were rubbish. नहीं. ਉਹਨੇ ਕਿਹਾ unless it's no ਹਾਂ ਇਹ ਤਾਂ ਹੈ ਇਹ ਤਕਨੀਕੀ ਖਰਾਬੀ ਹੈ ਟੈਕਨੀਕਲ ਇਸ਼ੂ ਠੀਕ ਹੈ ਤਕਨੀਕੀ ਖਰਾਬੀ ਹੈ ਕੁਝ ਟਰੱਕ ਕੂੜੇਦਾਨਾਂ ਨੂੰ ਕੂੜਾ ਸਮਝ ਕੇ ਦਬਾ ਰਹੇ ਹਨ ਕ੍ਰਸ਼ ਕਰਨਾ ਮੀਨਸ ਦਬਾਣਾ ਉਹ ਕਹਿੰਦੀ ਕਿ ਜਿਹੜੇ ਕੁਝ ਟਰੱਕ ਤੇ ਉਹ ਕੂੜੇਦਾਨਾਂ ਨੂੰ ਕੂੜਾ ਸਮਝ ਕੇ ਦਬਾ ਰਹੇ ਹਨ Okay. ਰਾਈਟ ਹਾਂਜੀ ਇਹ ਤਾਂ ਹੈ ਇਹ ਤਕਨੀਕੀ ਖਰਾਬੀ ਹੈ ਕੁਝ ਟਰੱਕ ਕੂੜੇਦਾਨਾਂ ਨੂੰ ਕੂੜਾ ਸਮਝ ਕੇ ਦਬਾ ਰਹੇ ਹਨ But English चलाया नहीं मणि. ਹਾਂਜੀ ਤੁਹਾਡਾ ਇਹ ਕਹਿਣ ਦਾ ਕੀ ਮਤਲਬ ਹੈ? ਕੂੜਾ ਇਕੱਠਾ ਕਰਨਾ ਤਾਂ ਬੜਾ ਆਮ ਜਿਹਾ ਕੰਮ ਹੈ ਨਾ? Well, yes and no. It's a technical issue. Some of the garbage trucks have been crushing these bins as if they were rubbish. ਠੀਕ ਹੈ some of the garbage trucks are crushing the bins as it was rubbish so that means ਇਹ ਤਕਨੀਕੀ ਖਰਾਬੀ ਹੈ ਕੋਈ ਤੇ ਕੁਝ ਟਰੱਕ ਕੂੜੇਦਾਨਾਂ ਨੂੰ ਕੂੜਾ ਸਮਝ ਕੇ ਦਬਾ ਰਹੇ ਹਨ ਰਾਈਟ ਨੈਕਸਟ ਮੈਨੂੰ ਯਕੀਨ ਹੈ ਕਿ ਜੇ ਲੋਕੀ ਅਜੇ ਵੀ ਹੱਥਾਂ ਦੇ ਨਾਲ ਕੂੜਾ ਇਕੱਠਾ ਕਰਦੇ ਹੋਣ ਤਾਂ ਅਜਿਹਾ ਕਦੀ ਨਹੀਂ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਇਹ ਬੜਾ ਗੁੰਝਲਦਾਰ ਤੇ ਮੁਸ਼ਕਲ ਕੰਮ ਹੋਵੇਗਾ। yes I believe if people collect rubbish by hands, then it won't happen. But it will be tough task. it will be very complicated and difficult task Okay. will be- ठीक है so I'm very sure something like this would never happen if people were still removing the rubbish by their hands I guess it must be very complicated and difficult task Okay. ठीक है next Yes, I agree. I have put a note in the computer and you will receive a new bin of different size soon. ਹਾਂਜੀ ਹਾਂਜੀ ਇਹ ਹੈ ਮੈਂ ਤੁਹਾਡਾ ਨੋਟਿਸ ਕੀ ਮੈਂ ਤੁਹਾਡੀ ਜਾਣਕਾਰੀ ਕੰਪਿਊਟਰ ਦੇ ਵਿੱਚ ਪਾ ਦਿੱਤੀ ਹੈ ਤੁਹਾਡੀ ਜਾਣਕਾਰੀ ਕੰਪਿਊਟਰ 'ਚ ਪਾ ਲਈ ਹੈ ਤੁਹਾਨੂੰ ਜਲਦੀ ਹੀ ਤੁਹਾਡਾ ਬਿਨ ਮਿਲ ਜਾਵੇਗਾ ਕੂੜੇਦਾਨ ਬਿਨ ਨਹੀਂ ਮਿਲ ਜਾਵੇਗਾ ਹਾਂਜੀ ਮੈਂ ਸਹਿਮਤ ਹਾਂ ਮੈਂ ਆਪਣੇ ਕੰਪਿਊਟਰ ਵਿੱਚ ਤੁਹਾਡੀ ਜਾਣਕਾਰੀ ਪਾ ਦਿੱਤੀ ਹੈ ਤੁਹਾਨੂੰ ਨਵਾਂ ਕੂੜੇਦਾਨ ਵੱਖਰੇ ਆਕਾਰ ਦਾ ਛੇਤੀ ਹੀ ਮਿਲ ਜਾਵੇਗਾ ਸੋ ਨਿਊ ਬਿਨ ਮੀਨਸ ਨਵਾਂ ਕੂੜੇਦਾਨ ਤੇ ਡਿਫਰੈਂਟ ਸਾਈਜ਼ ਮੀਨਸ ਵੱਖਰਾ ਆਕਾਰ ਸਾਈਜ਼ ਮੀਨਸ ਆਕਾਰ ਹਾਂਜੀ ਸੋ ਨੇ ਕਿਹਾ ਹਾਂਜੀ ਮੈਂ ਸਹਿਮਤ ਹਾਂ ਮੈਂ ਆਪਣੇ ਕੰਪਿਊਟਰ ਵਿੱਚ ਤੁਹਾਡੀ ਜਾਣਕਾਰੀ ਪਾ ਦਿੱਤੀ ਹੈ ਤੇ ਤੁਹਾਨੂੰ ਨਵਾਂ ਕੂੜੇਦਾਨ ਵੱਖਰੇ ਆਕਾਰ ਦਾ ਛੇਤੀ ਹੀ ਮਿਲ ਜਾਵੇਗਾ ਰਾਈਟ ਓਕੇ ਨੈਕਸਟ ਕੂੜੇਦਾਨ ਹੈ ਤਾਂ ਇੱਕ ਆਮ ਜਿਹੀ ਚੀਜ਼ ਪਰ ਉਹਨਾਂ ਦਾ ਨਾ ਹੋਣਾ ਬੜੀ ਹੀ ਮੁਸ਼ਕਿਲ ਪੈਦਾ ਕਰਦਾ ਹੈ। ਖੈਰ ਧੰਨਵਾਦ ਤੁਹਾਡੀ ਮਦਦ ਦੇ ਲਈ। End of dialogue. ਹਾਂਜੀ ਮੈਨੂੰ ਲਾਸਟ ਲਾਈਨ ਨਹੀਂ ਉਹਦੀ ਸਮਝ ਆਈ ਦੁਬਾਰਾ ਸੁਣ
ਖੈਰ ਧੰਨਵਾਦ ਤੁਹਾਡੀ ਮਦਦ ਦੇ ਲਈ। Bin of different size soon. ਕੂੜੇਦਾਨ ਹੈ ਤਾਂ ਇੱਕ ਆਮ ਜਿਹੀ ਚੀਜ਼, ਪਰ ਉਹਨਾਂ ਦਾ ਨਾ ਹੋਣਾ ਬੜੀ ਹੀ ਮੁਸ਼ਕਿਲ ਪੈਦਾ ਕਰਦਾ ਹੈ। ਖੈਰ ਧੰਨਵਾਦ ਤੁਹਾਡੀ ਮਦਦ ਦੇ ਲਈ। End of dialogue. ਹਾਂਜੀ Well, bin is very common thing, but if they na hona, ਇਹਦਾ ਕੀ but its absence can create lot of problems. their absence can create a lot of problems. Anyways, Anyways, thanks for your help. ਹਾਂਜੀ bin is just a normal item, but its absence can create lot of problems. Anyways, thanks for your help. ਠੀਕ ਹੈ ਜੀ, ਕਲੀਅਰ ਹੋ ਗਿਆ। ਸੋ ਇਹਦੇ ਚ ਵਰਡ ਕਿਹੜੇ ਸੀਗੇ? ਸਿਟੀ ਕਾਉਂਸਲ ਨੂੰ ਕਹਿੰਦੇ ਆ ਨਗਰ ਨਿਗਮ, ਠੀਕ ਹੈ। ਬਿਨ ਨੂੰ ਕਹਿੰਦੇ ਆ ਕੂੜੇਦਾਨ, done. ਵੀਅਰਡ ਨੂੰ ਕਹਿੰਦੇ ਆ ਅਜੀਬ, ਠੀਕ ਹੈ। ਟੈਕਨੀਕਲ ਫਾਲਟ ਮੀਨਸ ਤਕਨੀਕੀ ਨੁਕਸ ਜਾਂ ਤਕਨੀਕੀ ਖਰਾਬੀ। Agree, ਸਹਿਮਤੀ। ਐਗਰੀ ਮੀਨ ਸਹਿਮਤ ਹੋਣਾ, ਹਾਂਜੀ ਠੀਕ ਹੈ। ਆਲ ਗੁੱਡ। Oh, good. ਥੋੜਾ ਜਿਹਾ ਪ੍ਰੈਕਟਿਸ ਕਰਨੀ ਪੈਣੀ ਹੈ। ਹਾਂ ਜੀ ਥੋੜੀ ਕਰ ਲਓਗੇ ਈਜ਼ੀ ਹੋ ਜਾਊਗਾ, ਏਦਾਂ ਮੁਸ਼ਕਿਲ ਨਹੀਂ ਹੈ। ਮੈਨੂੰ ਆਦ ਇੰਗਲਿਸ਼ ਤੋਂ ਪੰਜਾਬੀ ਤਾਂ ਜਮੇ ਨਹੀਂ ਬਣਦੀ ਪਈ। ਮੈਨੂੰ ਇਹ ਸਮਝ ਜਿੰਨੀਆਂ ਜ਼ਿਆਦਾ ਰਿਕਾਰਡਿੰਗ ਸੁਣੋਗੇ ਉਨਾ ਬੈਟਰ ਹੁੰਦਾ ਜਾਊਗਾ। ਓਕੇ। ਔਰ ਇਹ ਰਿਕਾਰਡਿੰਗ ਪੇਪਰ ਚ ਬਹੁਤ ਵਾਰੀ ਆ ਚੁੱਕੀ ਹੈ ਜਿਹੜੀ ਮੈਂ ਤੁਹਾਨੂੰ ਨਾ ਜਿਹੜੇ ਉਹ ਪਤਾ ਨਹੀਂ ਲੱਗਦੇ, ਇੱਕੋਦਮ ਇੱਕ ਵਰਡ ਨੂੰ ਬੋਲਣਾ ਵਾ ਪੰਜਾਬੀ ਚ ਐਂਡ ਉਹ ਇੰਗਲਿਸ਼ ਚ ਫਿਰ ਪਤਾ ਨਹੀਂ ਲੱਗਦਾ। ਉਹ ਤਾਂ ਨਹੀਂ ਲੱਗ ਰਹੀ ਕਿਉਂਕਿ ਹਲੇ ਉਹ ਕੈਬ ਨਹੀਂ ਚੰਗੀ ਤਰ੍ਹਾਂ ਆਉਂਦੀ ਨਾ। ਜਦੋਂ ਸਾਰੀ ਉਹ ਕੈਬ ਪੜ੍ਹ ਲਈ ਤਾਂ ਐਟਲੀਸਟ ਤੁਹਾਨੂੰ ਨੌਲੇਜ ਹੋ ਜੂਗੀ ਤੇ ਫਿਰ ਤੁਸੀਂ ਠੀਕ ਬੋਲੋਗੇ, ਰਾਈਟ। ਇੱਕ ਹੋਰ ਕਰਦੇ ਆ, ਠੀਕ ਹੈ, ਕੁਇਕਲੀ। ਇਮੀਗ੍ਰੇਸ਼ਨ ਤੇ ਇਹ ਤੇ ਲੇਟ ਤਾਂ ਨਹੀਂ ਹੋ ਰਹੇ ਨਾ? ਨਹੀਂ ਮੈਂ ਤਾਂ ਘਰੇ ਹੀ ਆ, ਮੈਂ ਛੁੱਟੀ ਲਈ ਹੋਈ ਹੈ। ਓਕੇ ਓਕੇ ਓਕੇ, ਚਲੋ ਨੈਕਸਟ ਕਰਦੇ ਹਾਂ। Immigration. Scenario. Mr. Singh is calling Department of Home Affairs in regards to his bridging visa queries. Dialogue begins now. Hi, this is Kelly from Department of Home Affairs. I understand you're calling in regards to your bridging visa queries. Tell me how can I help you today? ਹਾਂਜੀ No. ਦੁਬਾਰਾ ਸੁਣਨ ਵੱਲ ਜ਼ਿਆਦਾ ਧਿਆਨ ਦਿਓ। Immigration. Scenario. Mr. Singh is calling Department of Home Affairs in regards to his bridging visa queries. Dialogue begins now. Hi, this is Kelly from Department of Home Affairs. I understand you're calling in regards to your bridging visa queries. Tell me how can I help you today? ਹਾਂਜੀ Hi, good morning. ਸਾਈ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। This is Kelly, ਤੁਮ ਕੀ ਕਹਿਣਾ? ਮੇਰਾ ਨਾਮ ਕੈਲੀ ਹੈ। ਉਹ ਇੰਟਰੋਡਿਊਸ ਕਰ ਰਹੀ ਹੈ ਆਪਣੇ ਆਪ ਨੂੰ। ਦਿਸ ਇਜ਼ ਕੈਲੀ ਮੇਰਾ ਨਾਮ ਕੈਲੀ ਹੈ। ਤੇ ਮੈਂ ਹੋਮ ਅਫੇਅਰਸ ਵਿਭਾਗ ਤੋਂ ਹਾਂ। ਹੋਮ ਅਫੇਅਰਸ ਡਿਪਾਰਟਮੈਂਟ ਨੂੰ ਹੋਮ ਅਫੇਅਰਸ ਵਿਭਾਗ ਤੋਂ ਹਾਂ। ਫਿਰ ਉਹਨੇ ਕਿਹਾ ਮੈਨੂੰ ਪਤਾ ਹੈ ਕਿ ਤੁਸੀਂ ਅੱਜ ਆਪਣੀ ਬਰੀਜ਼ਿੰਗ ਵੀਜ਼ੇ ਦੇ ਬਾਰੇ ਗੱਲ ਕਰਨ ਲਈ ਫੋਨ ਕੀਤਾ ਹੈ ਤੇ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ। ਵੀਜ਼ੇ ਦਾ ਨਾਮ ਸੇਮ ਹੀ ਰਹੇਗਾ, ਵੀਜ਼ਾ ਨਹੀਂ। ਅੰਡਰਸਟੈਂਡ ਨੂੰ ਕੀ ਕਹਿਣਾ? ਮੈਨੂੰ ਪਤਾ ਹੈ। ਓਕੇ, ਮੈਨੂੰ ਮੈਂ ਪਤਾ ਹੈ। ਜਾਣਦੀ ਹਾਂ ਕਿ ਤੁਸੀਂ ਅੱਜ ਬਰੀਜ਼ਿੰਗ ਵੀਜ਼ੇ ਦੇ ਗੱਲ ਬਾਰੇ ਗੱਲ ਕਰਨ ਲਈ ਮੈਨੂੰ ਫੋਨ ਕੀਤਾ ਹੈ ਤੇ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ। ਮਦਦ ਕਰ ਸਕਦੇ ਹਾਂ। ਓਕੇ, ਇੱਕ ਮਿੰਟ ਦੁਬਾਰਾ ਚਲਾਇਓ, ਮੈਂ ਦੁਬਾਰਾ ਬੋਲਦੀ ਹਾਂ। ਹਾਂਜੀ Immigration. Scenario. Mr. Singh is calling Department of Home Affairs in regards to his bridging visa queries. Dialogue begins now. Hi, this is Kelly from Department of Home Affairs. I understand you're calling in regards to your bridging visa queries. Tell me how can I help you today? ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਕੈਲੀ ਹੈ। ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਗੱਲ ਕਰ ਰਹੀ ਹਾਂ। ਮੈਂ ਜਾਣਦੀ ਹਾਂ ਕਿ ਤੁਸੀਂ ਆਪਣੀ ਬਰੀਜ਼ਿੰਗ ਵੀਜ਼ਾ ਬਾਰੇ ਗੱਲ ਕਰਨੀ ਹੈ। ਮੈਂ ਤੁਹਾਡੀ ਕਿੱਦਾਂ ਮਦਦ ਕਰ ਸਕਦੀ ਹਾਂ? ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਕੈਲੀ ਹੈ ਤੇ ਮੈਂ ਹੋਮ ਅਫੇਅਰਸ ਵਿਭਾਗ ਤੋਂ ਹਾਂ। ਡਿਪਾਰਟਮੈਂਟ ਨੂੰ ਵਿਭਾਗ ਕਹਿੰਦੇ ਤੇ ਮੈਨੂੰ ਪਤਾ ਹੈ ਕਿ ਤੁਸੀਂ ਅੱਜ ਆਪਣੇ ਬਰੀਜ਼ਿੰਗ ਵੀਜ਼ੇ ਦੇ ਬਾਰੇ ਗੱਲ ਕਰਨ ਲਈ ਫੋਨ ਕੀਤਾ ਹੈ ਤੇ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ। ਠੀਕ ਹੈ, ਨੈਕਸਟ। ਹਾਂਜੀ ਮੈਂ ਆਪਣੇ ਬਰੀਜ਼ਿੰਗ ਵੀਜ਼ੇ ਦੇ ਲਈ ਅਰਜ਼ੀ ਪਾਈ ਸੀ ਕਿਉਂਕਿ ਮੇਰੀ ਪਤਨੀ ਬਹੁਤ ਬਿਮਾਰ ਹੈ ਤੇ ਉਹ ਕੰਮ ਨਹੀਂ ਕਰ ਸਕਦੀ। ਹਾਂਜੀ Yes, I have applied for breathing visa on behalf of my wife because she's sick. ਇਹ ਹੁਣ ਆਪਣੇ ਵੱਲੋਂ ਐਡ ਕਰਤਾ behalf of the wife। ਸੁਣਨਾ ਉਹਨੇ ਕਿਹਾ ਸੀ, ਉਹਨੇ ਕਿਹਾ yes I applied for my breathing visa because my wife is very sick and she cannot work.
Okay, okay. ਰੀਜ਼ਨ ਦੱਸਿਆ ਉਹਨੇ ਕਿ ਮੇਰੀ ਜਿਹੜੀ ਘਰ ਵਾਲੀ ਉਹ ਬਹੁਤ ਬਿਮਾਰ ਹੈ ਤੇ ਉਹ ਕੰਮ ਨਹੀਂ ਕਰ ਸਕਦੀ। Okay, I have applied for a breathing visa because my wife is sick and she can't work. Yes. Next. Okay. I can see that you have applied for protection visa and you're currently holding bridging visa E. ਹਾਂਜੀ ਹਾਂਜੀ ਮੈਂ ਦੇਖ ਸਕਦੀ ਹਾਂ ਤੁਸੀਂ ਪ੍ਰੋਟੈਕਸ਼ਨ ਵੀਜ਼ੇ ਲਈ ਅਪਲਾਈ ਹਾਂਜੀ ਕੀਤਾ ਹੋਇਆ ਹੈ। ਅਰਜੀ ਦਿੱਤੀ ਹੈ। ਅਪਲਾਈ ਮੀਨਸ ਅਰਜੀ। ਓਕੇ, ਪ੍ਰੋਟੈਕਸ਼ਨ ਵੀਜ਼ੇ ਦੀ ਅਰਜੀ ਦਿੱਤੀ ਹੋਈ ਹੈ ਤੇ ਹਮ ਨੈਕਸਟ ਲਾਈਨ ਕੀ ਬੋਲੀ ਉਹਨਾਂ ਨੇ? ਤੇ ਤੁਹਾਡੇ ਕੋਲ ਇਸ ਵੇਲੇ ਬਰੀਜ਼ਿੰਗ ਵੀਜ਼ਾ ਈ ਹੈ। ਤੁਹਾਡੇ ਕੋਲ ਇਸ ਵੇਲੇ ਬਰੀਜ਼ਿੰਗ ਵੀਜ਼ਾ ਈ ਹੈ। ਮਤਲਬ ਉਹਨੇ ਅਪਲਾਈ ਕੀਤਾ ਹੈ ਪ੍ਰੋਟੈਕਸ਼ਨ ਦੇ ਲਈ ਪਰ ਕਰੰਟਲੀ ਉਹਦੇ ਕੋਲ ਬਰੀਜ਼ਿੰਗ ਵੀਜ਼ਾ ਈ ਹੈ, ਰਾਈਟ। ਸੋ ਅੱਛਾ ਮੈਂ ਵੇਖ ਸਕਦੀ ਹਾਂ ਕਿ ਤੁਸੀਂ ਪ੍ਰੋਟੈਕਸ਼ਨ ਵੀਜ਼ੇ ਲਈ ਅਰਜੀ ਦਿੱਤੀ ਹੈ ਅਤੇ ਤੁਹਾਡੇ ਕੋਲ ਇਸ ਵੇਲੇ ਬਰੀਜ਼ਿੰਗ ਵੀਜ਼ਾ ਈ ਹੈ, ਰਾਈਟ। ਨੈਕਸਟ। ਹਾਂਜੀ, ਮੈਂ ਇਸ ਵੀਜ਼ੇ ਤੇ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਮੇਰੇ ਕੋਲ ਕੋਈ ਜਮ੍ਹਾਂ ਰਾਸ਼ੀ ਬਚੀ ਹੈ। ਕੀ ਮੈਨੂੰ ਇਸ ਵੀਜ਼ੇ ਤੇ ਕੰਮ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ? ਹਾਂਜੀ ਯੈਸ। ਸੌਰੀ ਇਸ ਵੀਜ਼ੇ ਤੇ ਕੰਮ ਨਹੀਂ ਕਰ ਸਕਦੇ। I can't work on that visa. So because I don't have much savings. Yes. And what was the last line? ਉਹਨੇ ਕਿਹਾ ਸੀ ਕਿ ਮੈਨੂੰ ਇਸ ਵੀਜ਼ੇ ਤੇ ਕੰਮ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। Can I get permission to work on this visa? ਇਜਾਜ਼ਤ means permission. Okay, can I get a permission to work on this visa? Yes, I can't work on this visa and I also don't have any savings left. Can I get permission to work on this visa? Okay. Next. Unfortunately, there are work restrictions on this visa subclass, so I'm sorry I can't help you with that. ਹਾਂਜੀ ਬਦਕਿਸਮਤੀ ਨਾਲ ਇਸ ਵੀਜ਼ਾ ਤੇ ਤੁਸੀਂ ਕੰਮ ਨਹੀਂ ਕੰਮ ਕਰਨ ਲਈ ਪਾਬੰਦੀਆਂ ਹਨ। restrictions means ਪਾਬੰਦੀ। restrictions ਪਾਬੰਦੀਆਂ। ਹਾਂਜੀ ਫਿਰ ਉਹਨੇ ਕਿਹਾ I'm sorry I can't help you in that. ਮੈਂ ਮਾਫੀ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਇਸ ਵਿੱਚ ਕੋਈ ਵੀ ਮਦਦ ਨਹੀਂ ਕਰ ਸਕਦੀ। ਚਾਹੁੰਦੀ ਹਾਂ ਮੈਂ ਇਸ ਵਿਸ਼ੇ ਤੇ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੀ। ਮਦਦ ਨਹੀਂ ਕਰ ਸਕਦੀ। ਹੈਲਪ ਸੌਰੀ। ਬਦਕਿਸਮਤੀ ਨਾਲ ਇਸ ਵੀਜ਼ਾ ਸ਼੍ਰੇਣੀ ਤੇ ਕੰਮ ਕਰਨ ਲਈ ਪਾਬੰਦੀਆਂ ਹਨ। ਮੈਂ ਖਿਮਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਇਸ ਵਿੱਚ ਕੋਈ ਵੀ ਸਹਾਇਤਾ ਨਹੀਂ ਕਰ ਸਕਦੀ। ਵੀਜ਼ਾ ਸਬ ਕਲਾਸ ਨੂੰ ਕਹਿੰਦੇ ਵੀਜ਼ਾ ਸ਼੍ਰੇਣੀ, ਜਿਵੇਂ ਹੁਣ ਵੀਜ਼ਾ 500 ਹੈ, 485 ਹੈ, 190 ਹੈ। ਸੋ ਵੀਜ਼ਾ ਸਬ ਕਲਾਸ ਮੀਨਸ ਵੀਜ਼ਾ ਸ਼੍ਰੇਣੀ, ਰਿਸਟ੍ਰਿਕਸ਼ਨਸ ਮੀਨਸ ਪਾਬੰਦੀਆਂ। ਇੱਕ ਮਿੰਟ ਦੁਬਾਰਾ ਚਲਾ ਦੋ, ਮੈਂ ਦੁਬਾਰਾ ਬੋਲ। ਹਾਂਜੀ Unfortunately, there are work restrictions on this visa subclass, so I'm sorry I can't help you with that. ਹਾਂਜੀ ਬਦਕਿਸਮਤੀ ਨਾਲ ਇਸ ਵੀਜ਼ਾ ਸ਼੍ਰੇਣੀ ਤੇ ਬਹੁਤ ਸਾਰੀ ਕੰਮ ਕਰਨ ਲਈ ਪਾਬੰਦੀਆਂ ਹਨ। ਬਦਕਿਸਮਤੀ ਨਾਲ ਇਸ ਵੀਜ਼ਾ ਸ਼੍ਰੇਣੀ 'ਚ ਕੰਮ ਕਰਨ ਦੀਆਂ ਪਾਬੰਦੀਆਂ ਹਨ। ਮੈਂ ਖਿਮਾ ਚਾਹੁੰਦੀ ਹਾਂ ਮੈਂ ਇਸ ਬਾਰੇ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦੀ। ਹਾਂਜੀ ਨੈਕਸਟ ਦੇਖੋ। ਮੈਨੂੰ ਕੰਮ ਦੀ ਬਹੁਤ ਲੋੜ ਹੈ। ਮੇਰੀ ਪਤਨੀ ਦਾ ਇਲਾਜ ਬਹੁਤ ਹੀ ਮਹਿੰਗਾ ਹੈ ਤੇ ਮੈਨੂੰ ਉਸ ਦੇ ਲਈ ਪੈਸੇ ਦੀ ਲੋੜ ਹੈ। ਕੀ ਮੈਂ ਕਿਸੇ ਹੋਰ ਵੀਜ਼ੇ ਦੇ ਲਈ ਅਰਜ਼ੀ ਦੇ ਸਕਦਾ ਤਾਂ ਕਿ ਮੈਂ ਕੰਮ ਕਰ ਸਕਾਂ? ਹਾਂਜੀ I need work. My wife treatment is very expensive. Okay, I need work. My wife treatment is very expensive. That's why I need money. ਹਾਂਜੀ Can I apply for another visa where I can work? Yes, good. I really need work. My wife treatment is very expensive and that's why I need more money for that. Can I apply for any other visa so that I can book? ठीक है next देखो। I'm sorry to hear that, but you cannot apply for any other visa. However, you will get the outcome of your current visa application within 5 to 7 business days via post. ਹਾਂਜੀ ਮੈਂ ਖਿਮਾ ਚਾਹੁੰਦੀ ਹਾਂ ਤੁਸੀਂ ਕਿਸੇ ਹੋਰ ਵੀਜ਼ੇ ਲਈ ਅਰਜੀ ਨਹੀਂ ਦੇ ਸਕਦੇ। ਦੇ ਸਕਦੇ। ਲਾਸਟ ਲਾਈਨ ਨਹੀਂ ਸਮਝ ਆਈ, ਦੁਬਾਰਾ ਸੁਣੋ। You cannot apply for any other visa. However, you will get the outcome of your current visa application within 5 to 7 business days via post. ਪੰਜਾਬੀ ਨਹੀਂ ਬਣਦੀ ਪਈ ਉਹਦੀ ਮੈਨੂੰ। ਦੇਖੋ ਉਹਨੇ ਕਿਹਾ ਮੈਨੂੰ ਇਹ ਸੁਣ ਕੇ ਖੇਦ ਹੈ ਪਰ ਤੁਸੀਂ ਕਿਸੇ ਹੋਰ ਵੀਜ਼ੇ ਲਈ ਅਰਜੀ ਨਹੀਂ ਦੇ ਸਕਦੇ, ਪਰ ਤੁਹਾਨੂੰ ਆਪਣੇ ਹੋਣ ਵਾਲੇ ਵੀਜ਼ੇ ਦੀ ਅਰਜੀ ਦਾ ਨਤੀਜਾ
5 ਤੋਂ 7 ਕੰਮਕਾਜੀ ਦਿਨਾਂ ਦੇ ਵਿੱਚ ਡਾਕ ਦੁਬਾਰਾ ਮਿਲ ਜਾਵੇਗਾ। ਉਹ ਕਹਿ ਰਹੀ ਕਿ ਕਿਸੇ ਹੋਰ ਵੀਜ਼ੇ ਲਈ ਨਹੀਂ ਅਪਲਾਈ ਕਰ ਸਕਦੇ, ਪਰ ਜਿਹੜਾ ਤੁਸੀਂ ਕਰੰਟ ਵੀਜ਼ਾ ਪਾ ਰੱਖਿਆ ਉਹਦਾ ਤੁਹਾਨੂੰ ਰਿਜ਼ਲਟ ਜਿਹੜਾ 5 to 7 ਡੇਜ਼ ਦੇ ਵਿੱਚ ਮਿਲ ਜਾਏਗਾ ਪੋਸਟ ਦੁਬਾਰਾ। ਸਮਝਣ ਦੀ ਕੋਸ਼ਿਸ਼ ਕਰੋ, ਮਤਲਬ ਜ਼ਿਆਦਾ ਸੁਣਨ ਵੱਲ ਧਿਆਨ ਦਿਓ ਲਿਖਣ ਤੋਂ। ਮੈਨੂੰ ਸਮਝ ਆ ਰਹੀ ਹੈ ਵੀ ਉਹ ਕਹਿਣਾ ਕੀ ਚਾਹੁੰਦੀ, ਪਰ ਪੰਜਾਬੀ ਚ ਪਿਓਰ ਪੰਜਾਬੀ ਚ ਨਹੀਂ ਬੋਲਣਾ ਆ ਰਿਹਾ ਕਿ ਵਕੈਬ ਨਹੀਂ ਆ ਰਹੀ ਨਾ, ਕਿਉਂਕਿ ਰਿਜ਼ਲਟ ਨੂੰ ਜਿਵੇਂ ਨਤੀਜਾ ਕਹਿੰਦੇ ਆ। ਹਾਊਐਵਰ ਨੂੰ ਕੀ ਕਵਾਂਗੇ ਆਪਾਂ? ਹਾਲਾਂਕਿ, ਪਰ ਜਾਂ ਫਿਰ ਹਾਲਾਂਕਿ। ਪਰ ਅੱਛਾ, ਤੁਸੀਂ ਇੱਕ ਕੱਲੇ ਵਰਡ ਤੇ ਨਾ ਅੜੋ ਪਲੀਜ਼, ਕਿਉਂਕਿ ਇਹ ਕੱਲਾ ਵਰਡ ਨਹੀਂ ਤੁਸੀਂ ਕਰਨਾ, ਤੁਸੀਂ ਸੈਂਟੈਂਸ ਨੂੰ ਕਰੋ। ਜੇ ਤੁਸੀਂ ਕੱਲਾ ਵਰਡ ਦੇਖੋਗੇ ਏਦਾਂ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋਵੋਗੇ। ਹਾਂ ਉਸ ਲਈ ਮੈਂ ਕਨਫਿਊਜ਼ ਹਾਂ ਜਦੋਂ ਬੋਲਦੀ ਨਾ। ਕੱਲੇ ਵਰਡ ਨੂੰ ਦੇਖੋ, ਉਹਦਾ ਮੀਨਿੰਗ ਸੇਮ ਨਿਕਲਣਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੱਲੇ ਵਰਡ ਨੂੰ ਹੀ ਟ੍ਰਾਂਸਲੇਟ ਕਰਨਾ। ਓਕੇ, ਮੈਨੂੰ ਪੂਰੀ ਇਹ ਦੱਸਿਓ ਕੀ ਬੋਲਿਆ ਉਹਨੇ ਲਾਸਟ। ਉਹਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਖੇਦ ਹੈ, ਪਰ ਤੁਸੀਂ ਕਿਸੇ ਹੋਰ ਵੀਜ਼ੇ ਲਈ ਅਰਜ਼ੀ ਨਹੀਂ ਦੇ ਸਕਦੇ, ਪਰ ਤੁਹਾਨੂੰ ਆਪਣੇ ਹੋਣ ਵਾਲੇ ਵੀਜ਼ੇ ਦੀ ਅਰਜ਼ੀ ਦਾ ਨਤੀਜਾ 5 ਤੋਂ 7 ਕੰਮਕਾਜੀ ਦਿਨਾਂ ਦੇ ਵਿੱਚ ਡਾਕ ਦੁਆਰਾ ਮਿਲ ਜਾਵੇਗਾ। ਵਰਕਿੰਗ ਡੇਜ਼ ਮੀਨਸ ਕੰਮਕਾਜੀ ਦਿਨ ਤੇ ਪੋਸਟ ਮੀਨਸ ਡਾਕ ਵਿੱਚ ਡਾਕ ਰਾਹੀਂ ਮਿਲ ਜਾਵੇਗਾ। ਹਾਂਜੀ, ਡਾਕ ਰਾਹੀਂ ਮਿਲ ਜਾਵੇਗਾ। ਮੈਂ 1 ਮਿੰਟ ਦੁਬਾਰਾ ਚਲਾਇਆ, ਮੈਂ ਦੁਬਾਰਾ ਕਰਕੇ ਦੇ। ਹਾਂਜੀ। I'm sorry to hear that, but you cannot apply for any other visa. However, you will get the outcome of your current visa application within 5 to 7 business days via post. ਮੈਨੂੰ ਖੇਦ ਹੈ, ਤੁਸੀਂ ਕਿਸੇ ਹੋਰ ਵੀਜ਼ੇ ਦੀ ਅਰਜ਼ੀ ਨਹੀਂ ਦੇ ਸਕਦੇ, ਬਟ ਜੋ ਤੁਸੀਂ ਵੀਜ਼ਾ ਪਰ ਜੋ ਤੁਸੀਂ ਵੀਜ਼ਾ ਪਾਇਆ ਹੋਇਆ ਉਸ ਦਾ ਨਤੀਜਾ ਤੁਹਾਨੂੰ 5 ਜਾਂ 7 ਕੰਮਕਾਜੀ ਦਿਨਾਂ ਵਿੱਚ ਡਾਕ ਰਾਹੀਂ ਮਿਲ ਜਾਵੇਗਾ। ਹਾਂਜੀ, ਠੀਕ ਹੈ। ਮੈਨੂੰ ਇਹ ਸੁਣ ਕੇ ਖੇਦ ਹੈ, ਪਰ ਤੁਸੀਂ ਕਿਸੇ ਹੋਰ ਵੀਜ਼ੇ ਲਈ ਅਰਜ਼ੀ ਨਹੀਂ ਦੇ ਸਕਦੇ, ਪਰ ਤੁਹਾਨੂੰ ਆਪਣੇ ਹੋਣ ਵਾਲੇ ਵੀਜ਼ੇ ਦੀ ਅਰਜ਼ੀ ਦਾ ਨਤੀਜਾ 5 ਤੋਂ 7 ਕੰਮਕਾਜੀ ਦਿਨਾਂ ਦੇ ਵਿੱਚ ਡਾਕ ਦੁਆਰਾ ਮਿਲ ਜਾਵੇਗਾ। ਰਾਈਟ, ਨੈਕਸਟ। ਠੀਕ ਹੈ ਜੀ, ਤੇ ਕੀ ਤੁਸੀਂ ਉਸ ਦਾ ਨਤੀਜਾ ਮੇਰੇ ਘਰ ਦੇ ਪਤੇ ਤੇ ਭੇਜ ਸਕਦੇ ਹੋ? ਮੇਰਾ ਪਤਾ ਹੈ ਨੰਬਰ 2 ਸਟੈਨਲੀ ਸਟਰੀਟ, ਰਿਚਮੰਡ। ਹਾਂਜੀ। Okay, can you send the results of the visa on my address? My address is 2 Stanley Street, Richmond. Street, Richmond. ਹਾਂਜੀ, ਧਿਆਨ ਰੱਖਣਾ ਕਿ ਐਡਰੈਸ ਬਿਲਕੁਲ ਸਹੀ ਹੋਣਾ ਚਾਹੀਦਾ, ਇਹਦੇ ਬਹੁਤ ਜ਼ਿਆਦਾ ਮਾਰਕਸ ਕੱਟਣਗੇ। Okay, will you able to send the result on my home address? My home address is 2 Stanley Street, Richmond. ठीक है, next. Yes, we have your address in the system and we will post you the results. Is there anything else I can help you with today? ਹਾਂਜੀ। ਹਾਂਜੀ, ਸਾਡੇ ਕੋਲ ਤੁਹਾਡਾ ਘਰ ਦਾ ਪਤਾ ਪਤਾ ਹੈ, ਕਿ ਉਸ ਪਤੇ ਤੇ ਤੁਹਾਨੂੰ ਪੋਸਟ ਕਰ ਦੇਵਾਂਗੇ। ਡਾਕ ਰਾਹੀਂ ਭੇਜ ਦਵਾਂਗੇ। ਉਸ ਐਡਰੈਸ ਨੂੰ ਕੀ ਕਹਿੰਦੇ? ਉਸ ਪਤੇ ਤੇ ਡਾਕ ਰਾਹੀਂ ਭੇਜ ਦੇਵਾਂਗੇ। ਕੀ ਤੁਹਾਨੂੰ ਕਿਸੇ ਹੋਰ ਹੈਲਪ ਦੀ ਹੋਰ ਮਦਦ ਹੋਰ ਸਹਾਇਤਾ ਦੀ ਜ਼ਰੂਰਤ ਹੈ? ਜੀ, ਸਾਡੇ ਰਿਕਾਰਡ ਵਿੱਚ ਤੁਹਾਡਾ ਪਤਾ ਹੈ ਤੇ ਅਸੀਂ ਤੁਹਾਨੂੰ ਨਤੀਜੇ ਡਾਕ ਰਾਹੀਂ ਭੇਜ ਦਵਾਂਗੇ। ਕੀ ਮੈਂ ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦੀ ਹਾਂ ਅੱਜ? ਓਕੇ, ਠੀਕ ਹੈ, ਨੈਕਸਟ। ਜੀ ਨਹੀਂ, ਹੋਰ ਤਾਂ ਮੇਰਾ ਕੋਈ ਸਵਾਲ ਨਹੀਂ। ਧੰਨਵਾਦ ਅੱਜ ਤੁਹਾਡਾ ਮੈਨੂੰ ਸਮਾਂ ਦੇਣ ਦੇ ਲਈ। End of dialogue. ਹਾਂਜੀ। that's for all and thank you so much for your time. No, I don't have any other questions. Thank you for your time today. ਹੁਣ ਜਿਵੇਂ ਵੀਜ਼ੇ ਦੇ ਨਾਮ ਹੈ ਸਟੂਡੈਂਟ ਵੀਜ਼ਾ, ਪ੍ਰੋਟੈਕਸ਼ਨ ਵੀਜ਼ਾ, ਬਰੀਜ਼ਿੰਗ ਵੀਜ਼ਾ, MRT, ਇਹ ਸੇਮ ਹੀ ਰੱਖੋ, ਇਹ ਬਦਲਣ ਦੀ ਲੋੜ ਨਹੀਂ ਹੈ ਕਿਉਂਕਿ ਕਨਫਿਊਜ਼ ਹੋਗੇ। ਤੇ ਫਿਰ ਉਹਨੇ ਕਿਹਾ ਸੀ ਡਿਪਾਰਟਮੈਂਟ ਆਫ ਹੋਮ ਅਫੇਅਰਸ, ਤਾਂ ਉਹਨੂੰ ਕਵਾਂਗੇ ਹੋਮ ਅਫੇਅਰਸ ਵਿਭਾਗ। ਠੀਕ ਹੈ, ਸੋ ਐਪਲੀਕੇਸ਼ਨ ਨੂੰ ਕਹਿੰਦੇ ਆ ਅਰਜੀ ਦੇਣਾ। ਸੋ ਐਪਲੀਕੇਸ਼ਨ ਮੀਨਸ ਅਰਜੀ। ਵੀਜ਼ਾ ਸਬ ਕਲਾਸ ਮੀਨਸ ਵੀਜ਼ਾ ਸ਼੍ਰੇਣੀ। ਹਾਂਜੀ, ਰਿਸਟ੍ਰਿਕਸ਼ਨਸ ਮੀਨਸ ਪਾਬੰਦੀਆਂ। ਠੀਕ ਹੈ, ਰੂਲਸ ਵੀ ਸੀਗਾ ਨਾ ਵਿੱਚ, ਕੋਈ ਵਰਡ ਰੂਲਸ ਵੀ ਸੀਗਾ ਕਿ ਨਹੀਂ? ਨਹੀਂ, ਰੂਲ ਤਾਂ ਨਹੀਂ ਸੀਗਾ ਕੋਈ ਵੀ। ਠੀਕ ਹੈ, ਤੇ ਹੁਣ ਪਲੀਜ਼ ਇਹਦੀ ਪ੍ਰੈਕਟਿਸ ਕਰਨੀ ਸਟਾਰਟ ਕਰੋ। ਹਾਂਜੀ, ਤੁਸੀਂ ਮੈਨੂੰ ਪਹਿਲਾਂ ਵੀ ਰਿਕਾਰਡਿੰਗ ਭੇਜੀ ਹੋਈ ਆ?